ਨਾਲ ਸੁਣਨ ਦੀ ਕੋਸ਼ਿਸ਼ ਕਰੀਏ। ਜਿਹੜੇ ਜਿਹੜਾ ਸੁਣਿਆ ਹੈ ਮੈਂ ਬੇਨਤੀ ਕਰੂੰਗਾ ਉਹ ਜ਼ਰੂਰ, ਜੇ ਕੋਈ ਦਿਲ ਵਿੱਚ ਕੋਈ ਐਸੀ ਗੱਲ ਹੈ ਤੁਸੀਂ ਦੱਸ ਸਕਦੇ ਹੋ। ਇਹ ਸਕੂਲ ਇਦਾਂ ਦਾ ਨਹੀਂ ਹੈ ਕਿ ਜੇ ਕੋਈ ਗੱਲ ਕਰੇਗਾ ਉਹਨੂੰ ਦਬਕਾ ਮਾਰਨਾ, ਨਹੀਂ। ਆਪਾਂ ਸਾਰੇ ਪ੍ਰਭੂ ਵਿੱਚ ਭੈਣ ਭਰਾ ਆ। ਇਹ ਇੱਕ ਡਿਊਟੀ ਆ ਸਾਡੀ ਕਿ ਅਸੀਂ ਪ੍ਰਭੂ ਦੇ ਵਚਨ ਨਾਲ ਤੁਹਾਡੀ ਸੇਵਾ ਕਰੀਏ। ਕੋਈ ਦਾਨ ਨਾਲ ਸੇਵਾ ਕਰਦਾ, ਕੋਈ ਇੱਥੇ ਦਰੀਆਂ ਵਿਛਾ ਕੇ ਸੇਵਾ ਕਰਦਾ, ਕੋਈ ਪਾਣੀ ਨਾਲ ਸੇਵਾ ਕਰਦਾ। ਯਾਨੀ ਤੁਸੀਂ ਤੇ ਮੈਂ, ਅਸੀਂ ਸਾਰੇ ਪਰਮੇਸ਼ਰ ਦੇ ਕਲੀਸਿਆ ਦੇ ਯਿਸੂ ਮਸੀਹ ਦੇ ਬਦਨ ਦੇ ਅੰਗ ਹਾਂ। ਇਸ ਕਰਕੇ ਸਾਨੂੰ ਇਹ ਪਤਾ ਹੈ ਹਰ ਅੰਗ ਦਾ ਆਪੋ ਆਪਣਾ ਵੱਖੋ ਵੱਖਰਾ ਕੰਮ ਹੈ। ਪੈਰ ਜਿਹੜੇ ਆ ਉਹ ਹੱਥ ਵਾਲਾ ਕੰਮ ਨਹੀਂ ਕਰ ਸਕਦੇ ਤੇ ਹੱਥ ਪੈਰ ਵਾਲਾ ਨਹੀਂ ਕਰ ਸਕਦੇ। ਮੂੰਹ ਕੰਨਾਂ ਵਾਲਾ ਕੰਮ ਨਹੀਂ ਕਰ ਸਕਦਾ ਤੇ ਕੰਨ ਅੱਖਾਂ ਵਾਲਾ ਕੰਮ ਹਰ ਇੱਕ ਦੀ ਡਿਊਟੀ ਹੈ। ਸੋ ਕਿਰਪਾ ਕਰਕੇ ਜੇ ਤੁਹਾਨੂੰ ਕੋਈ ਇਸ ਵਚਨ ਤੇ ਡਾਊਟ ਹੋਵੇ ਵੀ ਆ ਮੈਨੂੰ ਸਮਝ ਨਹੀਂ ਲੱਗਾ, ਆਪਾਂ ਮਿਲ ਕੇ ਉਸ ਗੱਲ ਦਾ ਹੱਲ ਜਿਹੜਾ ਉਹ ਸਾਰੇ ਬਾਈਬਲ ਦੇ ਦੁਆਰਾ ਸਿੱਖ ਸਕਦੇ ਹਾਂ। ਅਗਰ ਸਾਡੇ ਵੱਸੋਂ ਬਾਹਰ ਹੋਇਆ ਤੇ ਅਸੀਂ ਰੱਬ ਦੇ ਸੇਵਕਾਂ ਨੂੰ ਹੋਰ ਵੀ ਅੱਗੇ ਪੁੱਛ ਸਕਦੇ ਹਾਂ। ਸੋ ਐਸੀ ਕੋਈ ਗੱਲ ਹੈ ਤੁਸੀਂ ਆਪਣਾ ਵਿਚਾਰ ਦੱਸ ਸਕਦੇ ਹੋ ਖੜੇ ਹੋ ਕੇ। ਕਿਸੇ ਤੇ ਕੋਈ ਪਾਬੰਦੀ ਜਾਂ ਕੋਈ ਖੌਫ ਵਾਲੀ ਗੱਲ ਨਹੀਂ। ਇਹਦੇ ਵਿੱਚ ਮਾਸਟਰ ਜੀ ਵੀ ਸ਼ਰੀਕ ਆ, ਭਾਈ ਜੀ ਵੀ, ਤੁਸੀਂ ਵੀ, ਸੰਤੋਖ ਜੀ, ਅਗਰ ਕੋਈ ਤੁਹਾਡੇ ਦਿਲ ਦਿਮਾਗ 'ਚ ਐਸੀ ਗੱਲ ਹੋਵੇ ਤੁਸੀਂ ਕਰ ਸਕਦੇ ਹੋ। ਪ੍ਰਭੂ ਬਰਕਤ ਦੇਗਾ। ਮਾਸਟਰ ਜੀ ਕਿਸੇ ਦਾ ਕੋਈ ਵਿਚਾਰ ਨਹੀਂ? ਜੋ ਸੁਣਿਆ ਤੁਹਾਡੀ ਸਮਝ 'ਚ ਆਇਆ? ਆਪਾਂ ਵਿਸ਼ਵਾਸ ਤੇ ਗੱਲ ਕਰਦੇ ਸੀ ਬਾਈਬਲ ਕੀ ਕਹਿੰਦੀ ਆ, ਕਿਉਂਕਿ ਇਹ ਬਾਈਬਲ ਦਾ ਸਬੂਤ ਆ ਕਿ ਨਿਸ਼ਚਾ ਤੋਂ ਬਿਨਾਂ ਪਰਮੇਸ਼ਰ ਨੂੰ ਪਸੰਦ ਆਉਣਾ ਉਹ ਖੁਦਾ ਨੂੰ ਚੰਗੇ ਨਹੀਂ ਲੱਗਦੇ ਜਿਹੜੇ ਵਿਸ਼ਵਾਸ ਨਹੀਂ ਕਰਦੇ ਖੁਦਾ ਤੇ। ਹੋਰ ਜੇ ਤੇ ਮਰਜ਼ੀ ਕਰਨ ਉਹਦੇ ਨਾਲ ਕੋਈ ਮਤਲਬ ਨਹੀਂ, ਗੱਲ ਹੈ ਖੁਦਾ ਦੇ ਵਿਸ਼ਵਾਸ ਕਰਨ ਦੀ। ਸੋ ਜੇ ਤੁਹਾਨੂੰ ਅੱਛਾ ਲੱਗਿਆ, ਪ੍ਰਭੂ ਤੁਹਾਨੂੰ ਬਰਕਤ ਦੇ। ਅਸੀਂ ਥੋੜਾ ਅਗਲੇ ਸਟੈਪ ਵੱਲ ਵਧਾਂਗੇ। ਵਕਤ ਬਾ ਵਕਤ ਅਸੀਂ ਪ੍ਰਭੂ ਦੇ ਵਚਨ ਦੀ ਖੋਜ ਵਿੱਚ ਰਹਾਂਗੇ ਸਾਰੇ ਮਿਲ ਕੇ। ਤੇ ਤੁਹਾਨੂੰ ਕੋਈ ਅੱਛਾ ਵਿਚਾਰ ਮਿਲੇ ਤੁਸੀਂ ਦੱਸ ਸਕਦੇ ਹੋ ਕਿ ਇਸ ਵਿਸ਼ੇ ਨਾਲ ਆਹ ਵਿਚਾਰ ਵੀ ਪੇਸ਼ ਕੀਤਾ ਜਾਣਾ ਚਾਹੀਦਾ, ਤੇ ਆਪਾਂ ਉਤੋਂ ਮੁਕਰਨਾ ਨਹੀਂ ਆ, ਕਿਉਂਕਿ ਇਹ ਸਾਡਾ ਇੱਕ ਜਣੇ ਦਾ ਕੰਮ ਨਹੀਂ। ਤੁਹਾਨੂੰ ਪਤਾ ਬਾਈਬਲ ਕਿੰਨੇ ਲੋਕਾਂ ਨੇ ਲਿਖੀ ਆ? ਕਿੰਨੇ ਲੋਕਾਂ ਲਿਖੀ ਜੀ? ਅਰੇ ਭਾਈ ਬੋਲੋ, ਜਿਹਨੂੰ ਪਤਾ ਦੱਸੋ ਕਿੰਨੇ ਲੋਕਾਂ ਲਿਖੀ ਆ? ਕਿਸੇ ਨੂੰ ਨਹੀਂ ਪਤਾ? 40 ਹੁਣ ਕਿਉਂ ਬੋਲੇ ਹੋ ਤੁਸੀਂ ਵੀ? ਮਾਰੋ ਇੱਕ ਵਾਰੀ। ਕਿੰਨੇ ਲੋਕਾਂ ਲਿਖੀ ਆ? 40 ਲਿਖਾਈ ਕਿੰਨੇ ਆ? ਪਰਮੇਸ਼ਰ ਦੇ ਆਤਮਾ ਨੇ। ਪਰਮੇਸ਼ਰ ਦੇ ਆਤਮਾ ਦੀ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਲੋਕਾਂ ਕੋਲੋਂ ਪਰਮੇਸ਼ਰ ਦੇ ਆਤਮਾ ਨੇ ਇਹ ਵਚਨ ਉਹਨਾਂ ਤੇ ਨਾਜ਼ਿਲ ਕੀਤਾ, ਉਹਨਾਂ ਨੇ ਲਿਖਿਆ। ਔਰ ਜਦੋਂ ਲਿਖਿਆ ਗਿਆ ਸਾਰੇ ਦਾ ਨਿਚੋੜ ਵੀ ਇੱਕੋ ਆ, ਰਿਜ਼ਲਟ ਸਾਰੇ ਦਾ ਕੀ ਆ? ਇੱਕੋ ਹੀ ਆ। ਇਹ ਬੜੀ ਅਜੀਬ ਕਹਾਣੀ ਆ। ਜਦ ਵੀ ਤੁਸੀਂ ਕਿਸੇ ਉਤਪਤੀ ਕਿਤਾਬ ਨੂੰ ਪੜ੍ਹੋ, ਉੱਥੋਂ ਵੀ ਜਿੱਥੋਂ ਮਰਜ਼ੀ ਪੜ੍ਹੋ, ਰੈਵੀਲੇਸ਼ਨ ਤੱਕ, ਮੁਕਾਸ਼ਵਾ ਤੱਕ, ਬਹੁਤ ਸਾਰੀਆਂ ਗੱਲਾਂ ਰਲਦੀਆਂ ਮਿਲਦੀਆਂ ਨੇ, ਕਿਉਂਕਿ ਪਰਮੇਸ਼ਰ ਦੇ ਆਤਮਾ ਦਾ ਕੰਮ ਆ। ਉਹਨੇ ਸਾਰਿਆਂ ਨੂੰ ਅਕਸਰ ਇਸ ਤਰੀਕੇ ਨਾਲ ਸਮਝਾਇਆ ਕਿ ਕਿਤੇ ਕੋਈ ਪਤਾ ਲੱਗੇ ਵੀ ਇੱਥੇ ਕੀ ਲਿਖਿਆ ਤੇ ਉੱਥੇ ਕੀ ਲਿਖਿਆ। ਇਹ ਖੁਦਾ ਦੀ ਯੋਜਨਾ ਹੈ। ਸੋ ਅੱਜ ਅਸੀਂ ਪ੍ਰਭੂ ਦੇ ਵਚਨ ਚੋਂ ਇੱਕ ਬੜੇ ਅਹਿਮ ਖਿਆਲ ਤੇ ਜੋ ਪਰਮੇਸ਼ਰ ਦੇ ਵਚਨ 'ਚ ਆਇਆ ਧਿਆਨ ਕਰਾਂਗੇ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਤੌਬਾ ਕਹਿੰਦੇ ਹਾਂ। ਤੌਬਾ ਇੱਕ ਐਸਾ ਲਿਫਾਜ਼ ਹੈ ਜੋ ਮਸੀਹਤ ਵਿੱਚ ਦਾਖਲਾ ਲੈਣ ਦਾ ਦੂਸਰਾ ਸਟੈਪ ਹੈ। ਵਿਸ਼ਵਾਸ ਕਰਨ ਦੇ ਬਾਅਦ ਤੌਬਾ ਕਰਨੀ ਬੜੀ ਜ਼ਰੂਰੀ ਹੈ। ਅਸੀਂ ਜ਼ਿਕਰ ਕੀਤਾ ਸੀ ਕਿ ਵਿਸ਼ਵਾਸ ਦੀਆਂ 3 ਕੰਡੀਸ਼ਨਾਂ ਨੇ। ਇੱਕ ਹੈ ਰੀਅਲ ਵਿਸ਼ਵਾਸ, ਇੱਕ ਡੈਡ ਵਿਸ਼ਵਾਸ, ਇੱਕ ਡਿਮੋਨਿਕ ਵਿਸ਼ਵਾਸ, ਭੂਤਾਂ ਵਾਲਾ ਵਿਸ਼ਵਾਸ। ਇਹਦੇ ਵਿੱਚ ਫਰਕ ਵੀ ਤੁਹਾਨੂੰ ਪਤਾ, ਇੱਕ ਕੰਮਾਂ ਸਹਿਤ ਵਿਸ਼ਵਾਸ ਆ, ਕੰਮ ਵੀ ਠੀਕ ਆ ਤੇ ਜ਼ਿੰਦਗੀ ਵੀ ਠੀਕ ਆ, ਤੇ ਵਿਸ਼ਵਾਸ ਉਹ ਕੀ ਆ? ਠੀਕ ਹੈ। ਦੂਸਰਾ ਕੰਮ ਠੀਕ ਨਹੀਂ ਹੈ, ਵਿਸ਼ਵਾਸ ਯਿਸੂ ਮਸੀਹ ਤੇ। ਸੁਣੀਏ, ਇਹ ਲਾਈਵ ਹੋ ਰਿਹਾ ਆ। ਡਿਸਟਰਬੈਂਸ ਜਿਹੜੀ ਆ ਦੂਸਰੇ ਕਿਸੇ ਨੂੰ ਸੁਣਨ ਵਾਲੇ ਨੂੰ ਠੀਕ ਨਹੀਂ ਲੱਗੇਗੀ। ਇੱਕ ਦਿਨ ਨਾ ਭਾਈ ਸਾਹਿਬ ਕੇ ਘਰ, ਮੋਨੂ ਹੁਣਾਂ ਦੇ ਘਰ ਬਾਈਬਲ ਪੜ੍ਹਦੇ ਸੀ। ਇੱਕ ਭਾਈ ਨੇ ਗੜਬੜ ਜੀ ਕਰਕੇ ਪੜ੍ਹਿਆ ਤੇ ਨਾਲ ਹੀ ਫੋਨ ਆ ਗਿਆ। ਕਹਿੰਦੇ ਉਹ ਜਿਹੜਾ ਪੜ੍ਹਨ ਵਾਲਾ ਉਹ ਕੌਣ ਸੀ, ਉਹ ਕੀ ਪੜ੍ਹਦਾ ਸੀ? ਕਿਉਂਕਿ ਲੋਕ ਬੜੇ ਧਿਆਨ ਨਾਲ ਸੁਣਦੇ ਬਾਈਬਲ ਦੇ ਵਚਨ ਨੂੰ। ਮੁਰਦਾ ਵਿਸ਼ਵਾਸ ਉਹ ਵਿਸ਼ਵਾਸ ਆ ਜਿਨ੍ਹਾਂ ਦੇ ਕੰਮ ਠੀਕ ਨਹੀਂ ਆ।
ਚਰਚ ਵਿੱਚ ਆਉਂਦੇ ਆ ਲੇਕਿਨ ਜ਼ਿੰਦਗੀ ਗਲਤ ਹੀ ਆ, ਉਹਨਾਂ ਦਾ ਵਿਸ਼ਵਾਸ ਮੁਰਦਾ ਆ। ਤੇ ਭੂਤਾਂ ਵਾਲਾ ਵਿਸ਼ਵਾਸ ਇਹ ਆ ਕਿ ਬਿਲਕੁਲ ਡਰਦੇ ਨਹੀਂ, ਵਿਸ਼ਵਾਸ ਤੇ ਰੱਬ ਤੇ ਕਰਦੇ ਆ। ਭੂਤ ਤੇ ਡਰਦੇ ਆ, ਪਰ ਕੁਝ ਲੋਕ ਭੂਤਾਂ ਨਾਲ ਵੀ ਨਿਕੰਮੇ ਆ, ਉਹ ਰੱਬ ਤੋਂ ਡਰਦੇ ਹੀ ਨਹੀਂ। ਸੋ ਇਸ ਤੋਂ ਬਾਅਦ ਤੌਬਾ ਦਾ ਜ਼ਿਕਰ ਆਉਂਦਾ ਹੈ। ਖੁਦਾਵੰਦ ਦੇ ਕਲਾਮ 'ਚ ਰਸੂਲਾਂ ਦਾ ਕਿਤਾਬ ਦੀ ਜਦੋਂ ਦੂਸਰਾ ਅਧਿਆਇ ਉਹਦੀ 36-37 ਆਇਤ ਪੜ੍ਹਦੇ ਆ, ਮੇਰੇ ਨਾਲ ਕਿਰਪਾ ਕਰਕੇ ਇਸ ਨੂੰ ਪੜ੍ਹੀਏ ਵੀ ਔਰ ਵਿਚਾਰ ਕਰਨਾ, ਤੇ ਆਪ ਆਪਣੀ ਤੌਬਾ ਵੀ ਵੇਖਣੀ ਆ। ਜਿਨ੍ਹਾਂ ਦੀ ਪੁਰਾਣੀ ਹੋ ਗਈ ਤੌਬਾ, ਨਵੀਂ ਹੋ ਸਕਦੀ ਕਿ ਹੋ ਸਕਦੀ ਆ। ਆਪਾਂ ਖੋਜ ਕਰ ਸਕਦੇ ਆ, ਆਪਣੇ ਵਿਚਾਰਾਂ ਨੂੰ ਦੇਖ ਸਕਦੇ ਹਾਂ। ਰਸੂਲਾਂ ਦੇ ਕਿਤਾਬ ਉਹਦਾ 2 ਬਾਬ। ਮੈਡਮ ਜੀ ਤੁਸੀਂ ਆਪਣੀ ਹਿੰਦੀ ਦੀ ਬਾਈਬਲ ਨੂੰ ਵੀ ਉੱਚੀ ਦੇਣੀ ਪੜ੍ਹਨਾ। ਕੱਢਿਆ ਤੁਸੀਂ ਆਪਣੇ ਬਾਈਬਲ ਚੋਂ, ਔਰ ਉਹਦੀ 37 ਆਇਤ ਨੂੰ ਪੜ੍ਹੀਏ। 37 ਔਰ 38 ਪੜ੍ਹ ਦਈਏ। ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿੰਦ ਗਏ ਅਤੇ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਇਹ ਭਾਈਓ ਅਸੀਂ ਕੀ ਕਰੀਏ। ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ। ਇੱਥੇ 2 ਮਸਲੇ ਹੱਲ ਹੋ ਜਾਂਦੇ ਆ। ਉਹਨਾਂ ਦੇ ਦਿਲ ਛਿੰਦ ਗਏ, ਛਿੰਦ ਮਤਲਬ ਟੁੱਟ ਜਾਣਾ। ਦਿਲ ਟੁੱਟ ਗਏ, ਕੋਈ ਐਸੀ ਵਾਰਤਾ ਪਤਰਸ ਨੇ ਬਿਆਨ ਕੀਤੀ, ਉਹਨਾਂ ਦੇ ਦਿਲ ਟੁੱਟ ਗਏ। ਜਦੋਂ ਦਿਲ ਟੁੱਟ ਗਏ, ਉਹਨਾਂ ਕੰਮਾਂ ਤੋਂ ਝੁਕਾਅ ਖਤਮ ਹੋ ਗਿਆ। ਤੇ ਝੁਕਾਅ ਕਿੱਧਰ ਹੋ ਗਿਆ? ਸਮਝੇ ਨਹੀਂ? ਹਵਾ ਪੁਰੇ ਦੀ ਵਗਦੀ ਆ ਤੇ ਦਰਖਤ ਐਦਾਂ ਹੋ ਜਾਂਦਾ, ਪ੍ਰੈਸ਼ਰ ਪੈਂਦਾ। ਪੱਛੋਂ ਵਗਦੀ ਇੱਧਰ ਹੋ ਜਾਂਦੇ ਆ, ਯਾਨੀ ਬਦਲ ਜਾਂਦੇ ਆ। ਉਹਨਾਂ ਦੇ ਦਿਲ ਟੁੱਟ ਗਏ। ਜਿਹੜੀ ਉਹਨਾਂ ਜ਼ਿੰਦਗੀਆਂ ਸੀ, ਜਿੱਥੇ ਉਹਨਾਂ ਦਾ ਪਹਿਲੇ ਝੁਕਾਅ ਸੀ, ਵਿਸ਼ਵਾਸ ਸੀ, ਉੱਥੋਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ। ਤੇ ਵਿਸ਼ਵਾਸ ਕਿਹਦੇ ਤੇ ਹੋ ਗਿਆ? ਪਰਮੇਸ਼ਰ ਯਿਸੂ ਮਸੀਹ ਤੇ ਹੋ ਗਿਆ। ਉਹਨਾਂ ਦੇ ਦਿਲ ਉਦੋਂ ਟੁੱਟ ਗਏ ਆ। ਇਧਰ ਉਹਨਾਂ ਨੂੰ ਤਸੱਲੀ ਮਿਲ ਗਈ ਆ। ਉਹਨਾਂ ਨੇ ਪੁੱਛਿਆ ਪਤਰਸ ਨੂੰ, ਫੇ ਭਾਈਓ ਅਸੀਂ ਕੀ ਕਰੀਏ ਜਿਸ ਤੋਂ ਅਸੀਂ ਹੁਣ। ਉਹਨੇ ਕੀ ਕਿਹਾ? ਘਰ ਜਾ ਕੇ ਦੁਆ ਬੰਦਗੀ ਕਰਾਇਓ। ਇਦਾਂ ਲਿਖਿਆ ਨਾ, ਬੋਲੋ ਕੀ ਲਿਖਿਆ? ਪਾਦਰੀਆਂ ਨੂੰ ਚਾਹ ਪਿਲਾਇਓ। ਸਭ ਤੋਂ ਪਹਿਲੇ ਕੀ ਕਰੋ? ਤੌਬਾ ਕਰੋ। ਭਲੇ ਕੰਮ ਕਰਨ ਤੋਂ ਪਹਿਲੇ, ਦਾਨ ਪੁੰਨ ਕਰਨ ਤੋਂ ਪਹਿਲੇ ਕੀ ਕਰੋ? ਤੌਬਾ ਕਰੋ। ਤੌਬਾ ਮਸੀਹ ਵਿੱਚ ਇੱਕ ਦਾਖਲਾ ਹੈ। ਮੈਂ ਤੁਹਾਡੇ ਨਾਲ ਇੱਕ ਸਵਾਲ ਵੀ ਕਰੂੰਗਾ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਬਾਈਬਲ 'ਚ ਉਤਪਤੀ ਪੁਸਤਕ ਤੋਂ ਉਹਦਾ 6 ਅਧਿਆਇ 6 ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ 16 ਦੀ 10-11 ਐਤ ਤੱਕ 110 ਵਾਰੀ ਤੌਬਾ ਲਿਖੀ ਆ। ਬਾਈਬਲ ਪੜ੍ਹਨ ਵਾਲੇ ਜਾਣ ਲੈਣ, ਪੜ੍ਹਦੇ ਤੇ ਹੈ, ਜੇ ਤੌਬਾ ਨਹੀਂ ਕੀਤੀ ਤੇ ਬੜੀ ਵੱਡੀ ਮੂਰਖਤਾਈ ਆ। 110 ਵਾਰੀ ਤੌਬਾ ਦਾ ਜ਼ਿਕਰ ਆਉਂਦਾ ਬਾਈਬਲ 'ਚ, ਔਰ 12 ਵਾਰੀ ਬਾਈਬਲ ਦੀ ਆਖਰਲੀ ਕਿਤਾਬ 'ਚ ਜ਼ਿਕਰ ਆਉਂਦਾ ਹੈ ਤੌਬਾ ਦਾ। ਇਸ ਤਰ੍ਹਾਂ ਵੱਖ-ਵੱਖ ਬਾਈਬਲ ਦੇ ਹਿੱਸਿਆਂ ਵਿੱਚ ਯਹੋਨਾ ਦੇ 3 ਖੱਤ, ਜਿਹੜੇ 3 ਪੱਤਰੀਆਂ, ਉਹਦੇ 'ਚ ਕਿਧਰੇ ਵੀ ਤੌਬਾ ਦਾ ਜ਼ਿਕਰ ਨਹੀਂ ਆਉਂਦਾ। ਸੋ ਮੈਂ ਇੱਕ ਤੁਹਾਡੇ ਨਾਲ ਵਿਚਾਰ ਸਾਂਝਾ ਕਰਾਂਗਾ, ਜਿਹਨੂੰ ਪਤਾ ਹੋਵੇ ਤੁਸੀਂ ਜ਼ਰੂਰ ਦੱਸਣਾ। ਤੌਬਾ ਕਾਹਦੇ ਤੋਂ ਕੀਤੀ ਜਾਂਦੀ ਆ? ਭਾਈ ਟਾਈਮ ਖਰਾਬ ਹੋ ਜਾਣਾ, ਮੈਂ ਆਪਣਾ ਕੰਮ ਕਰਕੇ ਹਟਣਾ, ਤੇ ਫਿਰ ਤਾਂ ਤੁਸੀਂ ਕਿਉਂ ਵੀ ਸਾਡਾ ਘਰ ਦਾ ਕੰਮ ਰਹਿ ਗਿਆ, ਜਾਂ ਤਾਂ ਦੱਸੋ ਤੌਬਾ ਕਾਹਦੇ ਤੋਂ ਕੀਤੀ ਜਾਂਦੀ ਆ? ਪਾਪਾਂ ਤੋਂ। ਸਹੀ ਗੱਲ ਹੈ ਨਾ? ਕਦੀ ਚੰਗੇ ਕੰਮਾਂ ਤੋਂ ਤੌਬਾ ਕੀਤੀ ਜਾਂਦੀ ਕਿ ਨਹੀਂ ਮਾਸਟਰ ਜੀ? ਚੰਗੇ ਕੰਮਾਂ ਤੋਂ ਨਹੀਂ? ਤੁਸੀਂ ਕਰ ਲੈਣੀ ਹੁਣੇ ਤੁਸੀਂ ਕਰ ਲੈਣੀ। ਪਤਾ ਕਿੱਦਾਂ? ਇੱਕ ਬੰਦੇ ਨੂੰ ਤੁਸੀਂ ਪੈਸੇ ਦਿੱਤੇ ਲੱਗ ਗਿਆ ਪਤਾ, ਉਹਨੇ ਮੋੜੇ ਨਹੀਂ। ਤੁਸੀਂ ਉਹ ਕਹਿੰਦੇ ਭਾਈ ਜੀ ਫੋਨ ਕੀਤਾ, ਪੈਸੇ ਉਹ ਦੇ ਦਿਆਂਗੇ, ਤੁਸੀਂ ਕਹਿਣਾ ਚੱਲ ਕੋਈ ਨਹੀਂ। ਅੱਛਾ, ਫਿਰ ਕਹਿਣਾ ਰੋਜ਼ਲੀ ਨੂੰ ਤੂੰ ਫੋਨ ਕਰ। ਰੋਜ਼ਲੀ ਨੇ ਕਹਿਣਾ ਅੰਕਲ ਜੀ ਉਹਨਾਂ ਨੇ ਪੈਸੇ ਦਿੱਤੇ ਸੀ, ਉਹ ਦੇ ਦੇਣੇ ਸੀ, ਉਹਨੂੰ ਕਹੀ ਮੇਰੇ ਨਾਲ ਗੱਲ ਕਰੇ, ਮੈਂ ਤੇ ਉੱਤੋਂ ਲਏ ਆ। ਅੱਛਾ, ਫਿਰ ਮਾਸਟਰ ਜੀ ਉਹਨਾਂ ਨੇ ਕਹਿਣਾ ਅੰਕਲ ਜੀ ਪੈਸੇ ਦੇ ਦਿਓ, ਉਹ ਦੇ ਦਿਆਂਗੇ। ਜਦੋਂ 5-10 ਵਾਰੀ ਪੁੱਛਣਾ, ਭਾਈ ਤੌਬਾ, ਅੱਗੇ ਤੋਂ ਇਹਨੂੰ ਕੰਮ ਤੇ ਚੰਗਾ ਹੀ ਕੀਤਾ ਨਾ, ਤੇ ਕਰਨੀ ਕੀ ਪੈ ਗਈ? ਕਿਉਂ ਕਾਲੀ ਭਾ?
ਕਈ ਇਦਾਂ ਵੀ ਤੌਬਾ ਕਰੇ ਚੰਗੇ ਕੰਮਾਂ ਤੋਂ। ਬਾਈਬਲ ਵਿੱਚ ਕੋਈ ਐਸਾ ਸ਼ਖਸ ਜਿਹਨੇ ਚੰਗੇ ਕੰਮਾਂ ਤੋਂ ਤੌਬਾ ਕਰ ਲਈ ਹੋਵੇ? ਮੈਂ ਚੰਗਾ ਕੰਮ ਨਹੀਂ ਕਰਨਾ, ਦੱਸੋ? ਨਹੀਂ ਪਤਾ। ਪਤਾ ਆ? ਜੇ ਪਤਾ ਤੇ ਹਾਂ ਕਰ ਦੋ, ਨਹੀਂ ਤਾਂ ਮੈਂ ਦੱਸ ਦਵਾਂ ਟਾਈਮ ਖਰਾਬ ਹੁੰਦਾ ਹੈ। ਉਹ ਜੇ ਨਹੀਂ ਪਤਾ ਬੋਲ ਪਵੋ, ਨਹੀਂ ਪਤਾ। ਇਹ ਗੋਲ ਮੋਲਾ ਕਹਿੰਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ, ਇਹ ਤਾਂ ਮੈਂ ਪੜ੍ਹਿਆ ਸੀ, ਹੈ ਨਾ। ਇਹ ਪਾਦਰੀ ਹੈ, ਮੈਂ ਵਾਲ ਪਾ ਕੇ ਦੱਸਦਾ, ਮੈਨੂੰ ਤਾਂ ਪਹਿਲਾਂ ਹੀ ਆਉਂਦਾ ਸੀ, ਮੈਂ ਤਾਂ ਉੱਥੋਂ ਵੀ ਸੁਣਿਆ ਸੀ। ਜੇ ਪਤਾ ਤਾਂ ਦੱਸ ਦੋ, ਨਹੀਂ ਪਤਾ। ਪਤਾ ਹੈ ਜੀ ਭਾਈ ਜੀ, ਪਤਾ ਤੁਹਾਨੂੰ? ਉਤਪਤੀ ਕਿਤਾਬ 6 ਬਾਬ ਦੀ 6 ਪੜ੍ਹੀਏ ਜਲਦੀ ਜਲਦੀ। ਤਾਂ ਯਹੋਵਾ ਨੂੰ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਰੰਜ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ। ਸੁਣੀਏ ਜੀ, ਇਹ ਮਨ ਵਿੱਚ, मैडम जी तुसी पढ़िए, उच्ची पढ़ना। और यहोवा पृथ्वी पर मनुष्यों को बनाने से पछताया। सुनो, खुदा ने आदमी ਨੂੰ ਬਣਾਇਆ ਸੀ ਮਾੜੇ ਕੰਮ ਕਰਨ ਲਈ ਕਿ ਚੰਗੇ ਕੰਮ ਕਰਨ ਲਈ? ਤੇ ਖੁਦਾ ਹੁਣ ਕੀ ਕਹਿੰਦਾ ਆ? ਮੇਰੀ ਤੋਬਾ, ਅੱਗੇ ਤੋਂ ਮੈਂ ਆਦਮ ਨੂੰ ਹੁਣ ਨਹੀਂ ਬਣਾਉਣਾ। ਇੱਕੋ ਹੀ ਬਣਾਇਆ ਤੇ ਸਾਂਭਿਆ। ਇਸੇ ਕਰਕੇ ਵਿਚਾਰ ਤੇ ਮੈਂ ਕਿਹਾ ਬੱਚੇ ਦੋ ਹੀ ਅੱਛੇ, ਹੈ ਨਾ। ਜਿਹੜਾ ਵਿਚਾਰ ਆ ਇਧਰੋਂ ਜੋੜਤਾ, ਬੱਚੇ ਦੋ ਹੀ ਅੱਛੇ। ਖੁਦਾ ਪਛਤਾਇਆ ਇੱਕ ਆਦਮ ਨੂੰ ਬਣਾਉਣ ਕਰਕੇ, ਤੇ ਦੁਨੀਆ ਦੀ ਸਮਝ ਵੀ ਆ ਗਈ ਬੱਚੇ ਦੋ ਹੀ ਅੱਛੇ। ਠੀਕ ਹੈ ਨਾ। ਇਹ ਖੁਦਾ ਨੇ ਵੀ ਇਨਸਾਨ ਦੇ ਬਣਾਉਣ ਤੋਂ ਕੀ ਕਰ ਲਈ? ਤੌਬਾ ਕਰ ਲਈ। ਕਹਿੰਦਾ ਤੌਬਾ, ਇਹਨੂੰ ਬਣਾਇਆ, ਇਹ ਮੇਰਾ ਬਣਾਇਆ, ਮੇਰੇ ਹੀ ਵਸ ਵਿੱਚ, ਮੇਰੇ ਉੱਤੇ ਹਾਵੀ ਹੋ ਗਿਆ, ਮੈਨੂੰ ਹੀ ਬਣਾਉਣ ਲੱਗਾ। ਕਹਿੰਦਾ ਤੂੰ ਜਿਹੜੀ ਬਣਾਈ ਆ। ਸਾਡੇ ਕਈ ਚੇਲੇ ਵੀ ਸਾਡੇ ਤੇ ਕਦੀ ਏਦਾਂ ਏਦਾਂ ਕਰਦੇ ਆ ਜੀ। ਸਾਡੇ ਕੋਲੋਂ ਸਾਡੇ ਹੀ ਸਿੱਖੇ ਪੁੱਛੇ ਤੇ ਸਾਡੇ ਤੇ ਹੀ ਸਵਾਲਬਾਜੀ, ਅਸੀਂ ਕਹਿੰਦਾ ਤੋਬਾ, ਪਰ ਫਿਰ ਅਸੀਂ ਤੋਬਾ ਮੋੜਦੇ ਨੇ। ਨਹੀਂ ਯਾਰ, ਇਹਨਾਂ ਨੂੰ ਨਹੀਂ ਪਤਾ, ਇਹਨੂੰ ਦੱਸ ਦਿਓ। ਖੁਦਾ ਨੇ ਮੁੜ ਕੇ ਆਦਮ ਨਹੀਂ ਬਣਾਇਆ। ਉਹਨੇ ਕਿਹਾ ਭਾ ਹੁਣ ਤੂੰ ਹੀ ਕਰੀ ਜਾ, ਤੈਨੂੰ ਆਸ਼ੀਸ਼ ਦਿੱਤੀ ਆ ਤੇ ਤੂੰ ਹੀ ਬਣਾਈ ਜਾ ਆਦਮ, ਹੁਣ ਮੈਂ ਨਹੀਂ ਬਣਾਉਣਾ। ਕਿਉਂ ਜੀ ਮਾਸੀ ਜੀ? ਉਹਨੇ ਆਪਣਾ ਵਾਅਦਾ ਨਹੀਂ ਪਿੱਛੇ ਲਿਆ। ਹੁਣ ਕਹਿੰਦੇ ਹੁਣ ਵੈਸੇ ਲੋਕੀ ਫੇਰ ਤੌਬਾ ਕਰ ਗਿਆ। ਪਹਿਲਾਂ 10-10 12-12 ਨਿਆਣੇ ਹੁੰਦੇ ਸੀ, ਅਸੀਂ ਗਿਣੇ ਆ, ਕਈਆਂ ਦੇ 14-14 ਵੀ ਸੀਗੇ, ਪਰ ਹੁਣ ਇਹਨਾਂ ਨੇ ਵੀ ਤੌਬਾ ਕਰ ਲਈ। ਕਹਿੰਦੇ ਦੋ ਹੀ ਅੱਛੇ ਬੱਚੇ, ਦੋ ਹੀ। ਫਿਰ ਪਤਾ ਕਹਿੰਦੇ ਇੱਕ ਹੀ ਕਾਫੀ, ਅੱਗੇ ਤੋਂ ਮਾਫੀ। ਕਿਉਂ ਵੀ ਸੰਦੀਪ? ਦੋ ਹੀ ਅੱਛੇ ਤੇ ਇੱਕ ਹੀ ਕਾਫੀ, ਅੱਗੇ ਤੋਂ। ਉਹ ਕਦੇ ਕਦੇ ਫੋਟੋ ਬਣਾਈਆਂ ਹੁੰਦੀਆਂ, ਮੁੰਡਾ ਜਾਂ ਕੁੜੀ, ਇੱਕ ਪਾਸੇ ਮਾਂ ਨੇ ਫੜਿਆ ਹੁੰਦਾ, ਇੱਕ ਪਿਓ ਨੇ ਫੜਿਆ ਹੁੰਦਾ। ਕਹਿੰਦਾ ਇੱਕ ਹੀ ਕਾਫੀ, ਅੱਗੇ ਤੋਂ। ਖੁਦਾ ਨੇ ਵੀ ਇੱਕੋ ਹੀ ਬਣਾਇਆ ਆਦਮ, ਤੇ ਬਾਅਦ ਵਿੱਚ ਕੀ ਕਹਿੰਦਾ? ਮੇਰੀ ਤੋਬਾ, ਮੈਂ ਇੱਕ ਹੀ ਬਣਾਇਆ ਤੇ ਉਹੀ ਮੇਰੇ ਵਸ ਵਿੱਚ ਨਹੀਂ ਆਇਆ। ਸੋ ਤੋਬਾ ਦੇ ਬਾਰੇ ਅਸੀਂ ਗੱਲ ਕਰਦੇ ਆ। ਤੋਬਾ ਦੇ ਜਿਹੜੇ ਰੂਟ ਵਰਡ ਆ, ਇਬਰਾਨੀ ਤੇ ਯੂਨਾਨੀ ਦੇ ਵਰਡ ਜਿਹੜੇ ਇੰਗਲਿਸ਼ ਬਾਈਬਲ 'ਚ ਵਰਤੇ ਗਏ ਆ, ਅਸੀਂ ਇੰਗਲਿਸ਼ ਵਿੱਚ ਨਹੀਂ ਗੱਲ ਕਰਾਂਗੇ। ਪੰਜਾਬੀ ਵਿੱਚ ਕੁਝ ਇੱਕ ਸ਼ਬਦਾਂ ਦਾ ਮਤਲਬ ਹੈ ਪਛਤਾਉਣਾ। ਪਛਤਾਵਾ ਚੰਗੇ ਕੰਮ ਦਾ ਵੀ ਹੋ ਜਾਂਦਾ ਕਦੇ ਕਦੇ, ਤੇ ਮਾੜੇ ਕੰਮ ਦਾ ਵੀ ਪਛਤਾਵਾ। ਖੁਦਾ ਨੇ ਆਦਮ ਤੇ ਉਹਦੀ ਅੱਗੇ ਜਨਸੰਖਿਆ ਨੂੰ ਨਾਸ਼ ਕੀਤਾ। ਉੱਥੇ ਖੁਦਾ ਨੂੰ ਗੁੱਸਾ ਆਇਆ, ਤੌਬਾ ਕਰਕੇ ਉਹਨੇ ਫਿਰ ਇਹਨਾਂ ਨੂੰ ਨਾਸ਼ ਕੀਤਾ। ਫਿਰ ਕਈ ਵਾਰੀ ਨਾਸ਼ ਕੀਤਾ ਤੇ ਕਈ ਵਾਰੀ ਦਇਆ ਕੀਤੀ ਖੁਦਾ ਨੇ। ਖੁਦਾ ਪਛਤਾਇਆ। ਪਰ ਅੱਜ ਜਿਸ ਵਿਸ਼ੇ ਤੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਤੌਬਾ ਦਾ ਮਤਲਬ ਹੈ ਆਪਣੇ ਜੀਵਨ ਨੂੰ ਬਦਲਣਾ, ਆਪਣੇ ਪਿਛਲੇ ਪਾਪਾਂ ਤੋਂ ਮਾਫੀ ਮੰਗਣੀ, ਔਰ ਪ੍ਰੈਜ਼ੈਂਟ ਸਮੇਂ, ਵਰਤਮਾਨ ਸਮੇਂ ਵਿੱਚ ਇਹ ਵਾਅਦਾ ਕਰਨਾ, ਖੁਦਾਵੰਦ ਮੈਂ ਇਸ ਆਪਣੇ ਜੀਵਨ ਦੇ ਵਿੱਚ ਫਿਰ ਪਾਪ। ਜਿਹੜੇ ਲੋਕ ਆਪਣੇ ਪਿਛਲੇ ਪਾਪਾਂ ਤੋਂ ਮਾਫੀ ਮੰਗ ਲੈਂਦੇ ਆ ਔਰ ਬਦਲ ਜਾਂਦੇ ਆ, ਤੌਬਾ ਦਾ ਮਤਲਬ ਹੈ ਤਬਦੀਲੀ ਆ ਜਾਣੀ। ਜਿਨ੍ਹਾਂ ਦੇ ਜੀਵਨ 'ਚ ਤਬਦੀਲੀ ਨਹੀਂ ਆਈ, ਉਹਨਾਂ ਦੀ ਤੌਬਾ ਨਹੀਂ ਹੈ। ਉਹਨਾਂ ਦੀ ਤੌਬਾ ਉਹਨਾਂ ਵਾਸਤੇ ਇੱਕ ਪਹੇਲੀ ਹੈ। ਇਹ ਵੀ ਹੁਣ ਇੱਕ ਗੀਤ, ਫਿਲਮੀ ਗੀਤ ਲਿਖਿਆ, ਤੌਬਾ ਤੌਬਾ ਫਿਰ ਕਿਆ ਹੋਗਾ, ਹੈ ਨਾ। वो आगे कहना, जब रूठ कर मुझसे तू चला जाएगा या चली जाएगी, तेरे जाने से मेरे मरने की क्या आएगी, खबर आएगी। वो तौबा वो एक पहेली आ, हकीकत में तौबा नहीं है। बिल्ला बड़ा हसदा तौबा तो है, गड़बड़ नहीं कहते तौबा च।
ਸੁਣੀਏ, ਤੌਬਾ ਦਾ ਮਤਲਬ ਹੈ ਤਬਦੀਲੀ। ਜੇ ਤੌਬਾ ਨਹੀਂ ਕੀਤੀ ਤੇ ਬਰਕਤ ਨਹੀਂ ਆਏਗੀ। ਖੁਦਾਵੰਦ ਦੇ ਰਾਜ ਵਿੱਚ ਜਾਣਾ ਬਹੁਤ ਮੁਸ਼ਕਲ ਹੈ। ਖੁਦਾਵੰਦ ਦੇ ਕਲਾਮ 'ਚ ਇਸੇ ਤਰ੍ਹਾਂ ਲਿਖਿਆ, ਮੱਤੀ ਦੀ ਅੰਜੀਲ ਦਾ 4 ਅਧਿਆਇ ਉਹਦੀ 17 ਐਤ ਨੂੰ ਪੜ੍ਹੀਏ, ਜਿਹਦੇ ਵਿੱਚ ਇਹ ਲਿਖਿਆ ਹੋਇਆ, ਯਿਸੂ ਮਸੀਹ ਜਾਂ ਯਿਸੂ ਪ੍ਰਚਾਰ ਕਰਨ ਲੱਗਾ ਤੇ ਉਸਨੇ ਇਹ ਆਖਣਾ ਉਸੇ ਵੇਲੇ ਉਹ ਯਿਸੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ ਕਿ ਹਾਂ। ਤੌਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ। ਖੁਦਾਵੰਦ ਦੇ ਕਲਾਮ 'ਚ ਯਿਸੂ ਮਸੀਹ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਆਉਣ ਤੋਂ ਪਹਿਲੇ, ਸੇਵਾ ਦੇ ਵਿੱਚ ਆਉਣ ਤੋਂ ਪਹਿਲੇ ਇੱਕ ਅਹਿਮ ਵਿਸ਼ੇ ਨੂੰ ਲਿਆ। ਇੱਕ ਅਹਿਮ ਵਿਸ਼ੇ ਨੂੰ ਲਿਆ, ਤੌਬਾ ਦੇ ਵਿਸ਼ੇ ਨੂੰ ਲਿਆ। ਉਸਨੇ ਕਿਹਾ, ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਨੇੜੇ ਆਇਆ ਹੈ। ਯਿਸੂ ਮਸੀਹ ਨੇ ਇਹ ਪ੍ਰਚਾਰ ਕਰ ਦਿੱਤਾ ਤੇ ਯਹੋਨਾ ਨੇ ਪ੍ਰਚਾਰ ਕੀ ਕੀਤਾ? ਉਹਨੇ ਕੀ ਲਿਖਿਆ? ਯਿਸੂ ਮਸੀਹ ਨੇ ਨਿਕੋਦੇਮਸ ਔਰ ਯਹੋਨਾ ਨੇ ਨਿਕੋਦੇਮਸ ਔਰ ਯਹੋਨਾ ਦੀ ਗੱਲ ਨੂੰ ਉੱਥੇ ਲਿਖਿਆ। ਉਸਨੇ ਕਿਹਾ, ਜਾਂ ਨਿਕੋਦੇਮਸ ਯਿਸੂ ਮਸੀਹ ਕੋਲ ਰਾਤ ਨੂੰ ਆਇਆ ਤੇ ਉਹਨੇ ਆਣ ਕੇ ਯਿਸੂ ਮਸੀਹ ਦੀ ਸਿਫਤ ਸੁਣੀਏ। ਯਿਸੂ ਮਸੀਹ ਦੀ ਸਿਫਤ ਬਿਨਾਂ ਤੌਬਾ ਕੀਤੇ ਜਾ ਸਕਦੀ ਹੈ। ਭਲਾ ਕਿੱਦਾਂ? ਅੱਜ ਜਿੰਨਿਆਂ ਨੇ ਹੁਣ ਵੱਡਾ ਦਿਨ ਮਨਾਇਆ, ਪਿਛਲੇ ਦਿਨਾਂ 'ਚ ਸ਼ਰਾਬੀ, ਕਬਾਬੀ, ਭੰਗੀ, ਪੋਸਤੀ, ਹੋਰ ਕਈ ਡੰਡੀ ਪਖੰਡੀ ਜਿਨ੍ਹਾਂ ਨੇ ਜ਼ਿੰਦਗੀ ਬਦਲੀ ਨਹੀਂ ਆ ਤੇ ਭੰਗੜਾ ਖੂਬ ਪਾਇਆ, ਆਇਆ ਹੈ ਯਿਸੂ ਆਇਆ ਹੈ। ਮੁਕਤੀ ਵੀ ਨਹੀਂ ਕਹਿੰਦੇ, ਕਹਿੰਦੇ ਮੁਖਤ ਲੈ ਕੇ ਸਾਥ ਆਇਆ ਹੈ। ਇਹ ਡੰਡੀਆਂ ਪਖੰਡੀਆਂ ਨੇ ਜਿਹੜੀ ਕੀਤੀ ਆ, ਇਹਨਾਂ ਦੇ ਵਿੱਚੋਂ ਨਿਕੋਦੇਮਸ ਵੀ ਇੱਕ ਗੁਰੂ ਹੋ ਕੇ ਯਿਸੂ ਮਸੀਹ ਨਾਲ ਗੱਲ ਕਰਨ ਵਾਸਤੇ ਆਇਆ ਤੇ ਯਿਸੂ ਮਸੀਹ ਨੇ ਉਹਨੂੰ ਇਨਡਾਇਰੈਕਟ ਕੀ ਕਿਹਾ? ਜਦ ਤੱਕ ਮਨੁੱਖ ਨਵੇਂ ਸਿਰਿਓ, ਇਹਦਾ ਮਤਲਬ ਹੈ ਨਵੇਂ ਸਿਰਿਓ ਜਨਮਣਾ, ਤੌਬਾ, ਪਿਛਲਾ ਜਨਮ ਖਤਮ ਕਰਨਾ, ਨਵੀਂ ਜ਼ਿੰਦਗੀ ਦੇ ਰਾਹ ਚੱਲਣਾ। ਇਹਨੂੰ ਕੀ ਕਹਿੰਦੇ ਆ? ਸਮਝ ਆਈ? ਜੇ ਤੇ ਤੌਬਾ ਕੀਤੀ ਆ, ਲਿਖਿਆ ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਐਂਟਰੈਂਸ ਲਈ ਕੀ ਲਿਖਿਆ? ਦਾਖਲੇ ਲਈ ਕੀ ਲਿਖਿਆ? ਯੂਹੰਨਾ ਦੀ ਅੰਜੀਲ ਦਾ 3 ਅਧਿਆਇ ਉਹਦੀ 1 ਐਤ ਲੈ ਕੇ 7 ਐਤ ਤੱਕ ਪੜਾਂਗੇ। ਜਿਨ੍ਹਾਂ ਕੋਲ ਬਾਈਬਲ ਹੈ ਪਲੀਜ਼ ਮਿਹਰਬਾਨੀ ਕਰਕੇ ਨੋਟ ਵੀ ਕਰ ਲਓ ਔਰ ਪੜੋ ਵੀ, ਖੁਦਾ ਤੁਹਾਨੂੰ ਬਰਕਤ ਦੇਗਾ। ਪੜ੍ਹੀਏ। ਫਰੀਸੀਆਂ ਵਿੱਚੋਂ ਨਿਕੋਦੇਮਸ ਨਾਂ ਦਾ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਸੀ ਜੀ। ਉਹ ਰਾਤ ਨੂੰ ਯਿਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ, ਸਵਾਮੀ ਜੀ, ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਰ ਦੀ ਵੱਲੋਂ ਆਏ ਹੋ, ਕਿਉਂਕਿ ਇਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਵੀ ਨਹੀਂ ਵਿਖਾ ਸਕਦਾ ਜੇ ਪਰਮੇਸ਼ਰ ਉਹਦੇ ਨਾਲ ਨਾ ਹੋਵੇ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਖੁਦਾਵੰਦ ਦੇ ਕਲਾਮ 'ਚ ਪਿਆਰੇ ਭੈਣੋ ਤੇ ਭਰਾਓ, ਇਹ ਆਇਆ ਹੈ ਯਿਸੂ ਦੀ ਸਿਫਤ ਕਰਨ ਨਾਲ ਸਵਰਗ 'ਚ ਨਹੀਂ ਜਾਣਾ। ਜਿਹਦੇ ਬਾਰੇ ਪ੍ਰਭੂ ਯਿਸੂ ਨੇ ਗੱਲ ਕੀਤੀ ਹੈ ਸਵਰਗ ਰਾਜ ਦੀ, ਉਹਦੀ ਫੋਕੀ ਸਿਫਤ ਕਰਨ ਨਾਲ ਨਹੀਂ ਜਾਣਾ। ਜਾਣਾ ਕਿੱਦਾਂ ਆ? ਯਿਸੂ ਮਸੀਹ ਨੇ ਕਿਹਾ, ਜਦ ਤੱਕ ਮਨੁੱਖ ਨਵੇਂ ਸਿਰਿਓਂ ਨਾ ਯਾਨੀ ਤੌਬਾ ਨਾ ਕਰੇ ਤਦ ਤੱਕ ਸਵਰਗ ਰਾਜ ਵਿੱਚ ਜਾ ਸਕਦਾ ਕਿ ਨਹੀਂ ਜਾ ਸਕਦਾ। ਇਸ ਲਈ ਜਿਨੇ ਇੱਥੇ ਬੈਠੇ ਆ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਤੁਸੀਂ ਵਿਚਾਰ ਕਰਨਾ, ਇਹ ਜ਼ਿੰਦਗੀ ਦੇ ਪਲ ਜ਼ਿਆਦਾ ਲੰਬੇ ਨਹੀਂ। ਇਹ ਜ਼ਿੰਦਗੀ, ਅਯੂਬ ਲਿਖਦਾ ਇਸ ਜ਼ਿੰਦਗੀ ਦੇ ਬਾਰੇ, ਇਹ ਘਾਹ ਦੀ ਮੰਨਦੇ ਆ, ਇਹ ਫੁੱਲ ਦੀ ਮੰਨਦੇ ਆ, ਇਹ ਭਾਫ ਦੀ ਮੰਨਦੇ ਆ। ਇਹ ਉਪਦੇਸ਼ਕ ਲਿਖਦਾ, ਇਹ ਜੁਲਾਹੇ ਦੀ ਉਹ ਖੱਡੀ ਦੇ ਤਾਣੇ ਦੇ ਮੁਤਾਬਕ ਆ। ਫਿਰ ਉਹ ਲਿਖਦਾ, ਇਹ ਟਿੱਡੀਆਂ ਦੇ ਜਾਲ ਦੇ ਮੁਤਾਬਕ ਆ। ਇਹ ਫਿਰ ਲਿਖਦਾ, ਇਹ ਪਲ ਭਰ ਦੀ ਆ। ਪਲ ਭਰ ਦੀ ਕਿਉਂ? ਸਾਨੂੰ ਅਗਲੇ 10 ਮਿੰਟਾਂ ਦਾ ਕੋਈ ਪਤਾ ਨਹੀਂ। ਹੈਲੋ, ਆ ਬੱਚੇ ਨੂੰ ਕਾਬੂ ਕਰੋ। ਸੁਣੀਏ, ਅਗਲੇ 10 ਮਿੰਟਾਂ ਦਾ ਕੋਈ ਪਤਾ ਨਹੀਂ ਕਿੱਥੇ। ਕਹਿੰਦੇ ਬਸ ਹੁਣੇ ਗਿਆ ਸੀ, ਆ ਹੁਣੇ ਜਾਂਦਾ ਸੀ, ਆ ਹੁਣੇ ਇੱਧਰ ਨੂੰ ਗਿਆ ਸੀ ਤੇ ਉਹ ਹੋ ਗਿਆ ਹੀ, ਇਹਦਾ ਕੋਈ ਪਤਾ ਨਹੀਂ। ਇਸ ਲਈ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਸਮਝਾਇਆ ਆਪਣੇ ਵਚਨ ਦੇ ਅੰਦਰ। ਨਿਕੋਦੇਮਸ ਨੇ ਬੜੀ ਸਿਫਤ ਕੀਤੀ ਤੇ ਖੁਦਾਵੰਦ ਯਿਸੂ ਮਸੀਹ ਨੇ ਉਹਨੂੰ ਕਿਹਾ, ਜਦ ਤੱਕ ਮਨੁੱਖ ਨਵੇਂ ਸਿਰਿਓਂ ਨਾ ਜਨਮੇ ਪਰਮੇਸ਼ਰ ਦੇ ਰਾਜ ਵਿੱਚ ਨੂੰ ਵੇਖ ਨਹੀਂ ਸਕਦਾ। ਸਮਝ ਗਏ ਤੁਸੀਂ? ਮੈਂ ਜਿਹੜਾ ਕਿਹਾ ਥੋੜਾ ਜਿਹਾ ਟੂਆ ਪਾਇਆ ਸੀ ਵਿੱਚ।
ਤੁਸੀਂ ਸਿਆਣੇ ਹੋ ਕੇ ਲੱਗਦਾ। ਲਿਖਿਆ ਵੇਖ ਨਹੀਂ ਸਕਦਾ, ਭਾਵ ਜਿਹੜਾ ਤੌਬਾ ਨਹੀਂ ਕੀਤਾ ਹੋਇਆ ਉਹਦੇ ਨਸੀਬਾਂ 'ਚ ਨਹੀਂ ਆ ਕਿ ਉਹ ਏਦਾਂ ਕਰਕੇ ਸਵਰਗ ਰਾਜ ਨੂੰ ਕੀ ਕਰੇ। ਜੇ ਵੇਖੇਗਾ ਤੇ ਪਛਤਾਵੇਗਾ ਬਹੁਤ। ਤੁਹਾਨੂੰ ਪਤਾ ਹੈ ਧਨੀ ਨੇ ਤੌਬਾ ਨਹੀਂ ਕੀਤੀ ਸੀ। ਹੋ ਸਕਦਾ ਸੰਗਤੀ ਕਰਦਾ ਹੋਏਗਾ, ਕਿਉਂਕਿ ਅੱਜ ਵੀ ਅਮੀਰਾਂ ਲੋਕਾਂ ਦੇ ਬੜੇ ਪਾਦਰੀ ਯਾਰ ਹੁੰਦੇ ਆ, ਗਰੀਬਾਂ ਦੇ ਘੱਟ ਹੀ ਹੁੰਦੇ ਆ। ਵੱਡੇ ਵੱਡੇ ਬਿਸ਼ਪ, ਵੱਡੀਆਂ ਵੱਡੀਆਂ ਮਿਸ਼ਨਾਂ ਜਿਹੜੀਆਂ, ਉਹ ਕਈ ਤੇ ਇੱਥੋਂ ਤੱਕ ਵੀ ਕਹਿੰਦੇ ਆ ਪਾਦਰੀਆਂ ਨੂੰ, ਓਏ ਤੂੰ ਕਰ ਦੇਣਾ। ਕਹਿੰਦੇ ਕਿਹੜੇ ਪਾਦਰੀ ਦੀ ਗੱਲ ਕਰਦਾ? ਚਕਵਾਲ ਵਾਲੇ ਦੀ? ਹਾਂਜੀ, ਉਹ ਤੇ ਮੇਰੇ ਘੜੇ ਦੀ ਮੱਛੀ ਆ, ਉਹ ਤੇ ਮੇਰੇ ਘੜੇ ਦੀ ਮੱਛੀ ਆ, ਜਦੋਂ ਮਰਜੀ ਮੈਂ ਜਿੱਦੋਂ ਨੂੰ ਮਰਜੀ। ਕੌਣ ਕਹਿੰਦੇ? ਗਰੀਬ ਨਹੀਂ ਕਹਿੰਦੇ। ਗਰੀਬ ਕਹਿੰਦੇ ਅੱਛਾ ਪਾਦਰੀ ਸਾਹਿਬ ਨੂੰ ਕਵਾਂਗੇ ਸਾਡੇ ਲਈ ਦੁਆ ਕਰਿਓ। ਤੇ ਜਿਹੜਾ ਅਮੀਰ ਹੋਦਾ, ਲੈ ਪਾਦਰੀ ਕੀ ਜ਼ਰੂਰਤ ਹੈ, ਮੈਂ ਰਾਤ ਫੋਨ ਕਰਾਂ, ਰਾਤ ਹੀ ਭਾਈ ਹੁੰਦੀ ਕੀ ਕਰੇਗਾ? ਉੱਠ ਕੇ ਬੈਠੇਗਾ। ਹਾਂਜੀ ਭਾਈ ਜੀ ਦੱਸੋ। ਕਿਉਂ? ਉਹਨਾਂ ਨੇ ਚੰਦਾ ਦੇਣਾ, ਮੈਂ ਚੰਦਾ ਦਿੰਦਾ ਪਾਦਰੀ ਨੂੰ। ਪਾਦਰੀ ਦੀ ਹਿੰਮਤ ਹੈ, ਉਹ ਸਾਡਾ ਸੇਵਕ ਆ। ਭਲੇ ਨੂੰ ਪਾਦਰੀ ਸੁਣ ਹੈ ਕਿਹੜਾ ਸੇਵਕ ਆ, ਤੇ ਅਸੀਂ ਕਿਹੜਾ ਸਮਝਦੇ ਆ? ਸੇਵਕ ਦਾ ਮਤਲਬ ਕੀ ਹੁੰਦਾ? ਕੀ ਹੁੰਦਾ ਜੀ? ਉਹਨਾਂ ਨੂੰ ਇਹ ਭੁੱਲ ਗਿਆ ਕਿ ਖੁਦਾ ਦਾ ਸੇਵਕ ਹੈ। ਕਹਿੰਦੇ ਸਾਡਾ ਸੇਵਕ ਸਾਡਾ ਕੀ ਆ? ਉਹ ਹੀ ਆ ਜਿਹਨੂੰ ਕਹਾਂ ਕਿ ਚੱਲ ਓਏ ਆ ਕਰ, ਚੱਲ ਓਏ ਆਓ ਕਰ, ਨਹੀਂ ਤੇ ਅਸੀਂ ਤੇਰੇ ਨਾਲ ਨਿਰਾਸ਼। ਭਲਾ ਕਿਹੜੇ ਕਹਿੰਦੇ? ਜਿਨ੍ਹਾਂ ਨੇ ਤੌਬਾ ਨਹੀਂ ਕੀਤੀ। ਧਨੀ ਵੀ ਇਸ ਤਰ੍ਹਾਂ ਕਰਦਾ ਹੋਏਗਾ। ਹੁਣ ਦੂਰੋਂ ਦੇਖਦਾ ਤੇ ਖੁਦਾਵੰਦ ਦੇ ਦਾਸ ਨੇ ਕਿਹਾ ਤੇਰੇ ਵਿੱਚ ਸਾਡੇ ਵਿਚਕਾਰ ਕੀ ਆ ਵੱਡੀ ਸਾਰੀ? ਖਾਈ। ਖਾਈ ਤੋਂ ਭਾਵ ਇੱਕ ਗੈਪ ਆ, ਇੱਕ ਖੱਡ ਆ ਜਿਹੜੀ ਗਹਿਰੀ ਆ, ਜਿਹਦੇ ਚੋਂ ਲੰਘਣਾ ਬਹੁਤ ਮੁਸ਼ਕਲ ਹੈ। ਨਾ ਤੇ ਅਸੀਂ ਇਹ ਤੇਰੇ ਕੋਲ ਆ ਸਕਦਾ ਤੇ ਨਾ ਤੂੰ ਇੱਥੇ ਮਨਾਈ ਆ ਤੈਨੂੰ। ਤੂੰ ਕੀ ਕੀਤਾ? ਤੂੰ ਤੌਬਾ ਨਹੀਂ ਕੀਤੀ। ਜੇ ਤੌਬਾ ਨਹੀਂ ਕੀਤੀ ਮੇਰੀਓ ਭੈਣੋ, ਮੇਰੇ ਭਰਾਓ, ਚਰਚ ਚ ਆਉਂਦੇ ਹੋ, ਇੱਥੇ ਵੀ ਕਿਤੇ ਵੀ ਜਾਂਦੇ ਹੋ, ਜੇ ਤੁਸੀਂ ਤੌਬਾ ਨਹੀਂ ਕੀਤੀ ਤਾਂ ਸਮਝ ਲਓ ਇਹ ਅਜੇ ਸਾਡੀ ਖਾਈ ਆ ਖੁਦਾ ਦੇ ਨਾਲ। ਅਸੀਂ ਖੁਦਾ ਦੇ ਕੋਲ ਜਾ ਨਹੀਂ ਸਕਦੇ। ਇਸ ਲਈ ਕਲਾਮ ਦੱਸਦਾ ਬਚਾਅ ਦਾ ਇੱਕੋ ਇੱਕ ਤਰੀਕਾ ਆ, ਇੱਕੋ ਇੱਕ ਵਿਕਲਪ ਆ, ਇੱਕੋ ਇੱਕ ਰਿਸ਼ਤਾ ਆ, ਇੱਕੋ ਇੱਕ ਰਸਤਾ ਆ, ਉਹ ਹੈ ਤੌਬਾ। ਵਿਸ਼ਵਾਸ ਕਰਕੇ ਬੈਠੇ ਰਹੋਗੇ। ਤੁਸੀਂ ਵਿਸ਼ਵਾਸ ਕਰੋ ਦਿੱਲੀ ਜਾਣਾ, ਵਿਸ਼ਵਾਸ ਕਰਕੇ ਬਹਿ ਜਾਓ ਦਿੱਲੀ ਜਾਣਾ। ਕਈ ਲੋਕ ਮੁਸੀਬਤ ਚੱਲਣ ਵਾਲੀ ਐਸਾ ਵਿਸ਼ਵਾਸ ਕਰਦੇ ਆ, ਕਹਿੰਦੇ ਰੱਬ ਆਪੇ ਸਭ ਕੁਝ, ਆਟਾ ਵੀ ਗੁੰਨੇਗਾ, ਹੈਲੋ, ਆਟਾ ਵੀ ਗੁੰਨੇਗਾ, ਰੋਟੀ ਵੀ ਪਕਾਏਗਾ, ਤੇ ਮੇਰੇ ਮੂੰਹ ਵਿੱਚ ਵੀ ਰੋਟੀ ਪਕਾ ਕੇ ਸਬਜ਼ੀ ਬਣਾ ਕੇ ਵਧੀਆ ਜਿਹੀ ਕੀ ਕਰੇਗਾ। ਮੈਂ ਹੁਣ ਰੱਬ ਦੇ ਕੀ ਕਰ ਲਿਆ? ਇਹ ਮਸੀਹ ਜ਼ਿੰਦਗੀ ਨਹੀਂ ਆ। ਜੋ ਬਾਈਬਲ 'ਚ ਲਿਖਿਆ, ਜੋ ਕੁਝ ਮਨੁੱਖਾਂ ਤੋਂ ਨਹੀਂ ਹੋ ਸਕਦਾ, ਖੁਦਾ ਉਹਨੂੰ ਕਰਨ ਲਈ ਸਮਰਥੀ ਆ। ਜੋ ਕੁਝ ਅਸੀਂ ਨਹੀਂ ਕਰ ਸਕਦੇ, ਉੱਥੇ ਖੁਦਾ ਸਾਡੇ ਨਾਲ ਉਸ ਕੰਮ ਦੀ ਪੂਰਤੀ, ਜਿਹੜਾ ਸਾਨੂੰ ਬੁੱਧ ਗਿਆਨ ਦਿੱਤਾ, ਜੋ ਸਾਨੂੰ ਕਰਨਾ ਚਾਹੀਦਾ ਹੈ, ਚਰਚ ਚੱਲ ਕੇ ਅਸੀਂ ਹੋਣਾ, ਨਹੀਂ ਤੇ ਵਿਸ਼ਵਾਸ ਕਰਕੇ ਘਰੇ ਹੀ ਨਹਾ ਨੂੰ ਕੇ ਬੈਠ ਗਏ। ਖੁਦਾਵੰਦਾ ਹੁਣ ਤੂੰ ਆ ਚੁੱਕ ਤੇ ਸਾਨੂੰ ਚਰਚ ਵਿੱਚ ਜਾ ਕੇ ਹੌਲੀ ਜਿਹੜੀ, ਤਾਂ ਕਿ ਬਰਕਤਾਂ ਲੈ ਕੇ ਵਾਪਸ ਜਦੋਂ ਬਰਕਤਾਂ ਮਿਲ ਜਾਣਗੀਆਂ ਉਦੋਂ ਸਾਨੂੰ ਫੇਰ ਚੁੱਕੀ ਤੇ ਸਾਡੇ ਘਰ। ਭਲਾ ਕਿਉਂ? ਮੈਂ ਵਿਸ਼ਵਾਸ ਨਹੀਂ ਕੀਤਾ, ਅਸੀਂ ਵਿਸ਼ਵਾਸ ਨਹੀਂ ਕਰਦੇ। ਇਹ ਨਹੀਂ ਆ। ਵਿਸ਼ਵਾਸ ਦੇ ਬਾਅਦ ਜਦ ਤੱਕ ਤਬਦੀਲੀ ਨਹੀਂ ਆ, ਕੋਈ ਸਮਾਧਾਨ ਨਹੀਂ ਕਿਸੇ ਬਿਮਾਰੀ ਦਾ, ਕੋਈ ਬਰਕਤਾਂ ਦਾ ਜ਼ਰੀਆ ਨਹੀਂ ਆ। ਉਹਦਾ ਹੱਲ ਹੋਇਆ ਤੌਬਾ ਕਰੋ, ਮੁੜੋ, ਤੁਹਾਡੇ ਪਾਪ ਹਟਾਏ ਜਾਣ। ਰਸੂਲਾਂ ਦੇ ਕਿਤਾਬ 3 ਬਾਬ ਦੀ 19ਵੀਂ ਐਤ ਨੂੰ ਪੜ੍ਹ ਲਈਏ। ਇਹਦੇ ਨਾਲ ਇਹਦੀ 26 ਆਇਤ ਵੀ 3 ਦੀ 26 ਵੀ ਪੜ੍ਹ ਲਈਏ। ਇਸ ਲਈ ਤੌਬਾ ਕਰੋ ਅਤੇ ਮੁੜੋ, ਭਈ ਤੁਹਾਡੇ ਪਾਪ ਮਿਟਾਏ ਜਾਣ। ਬਿਨਾਂ ਤੌਬਾ ਦੇ ਪਾਪ ਮਿਟਾਉਣੇ, ਧੋਤੇ ਨਹੀਂ ਮਿਟਾਉਣੇ। ਮਾਸਟਰ ਜੀ ਨੂੰ ਪਤਾ ਸ਼ਾਇਦ ਅੱਜ ਕੱਲ ਬਲੈਕ ਬੋਰਡ ਤੇ ਲਿਖਦੇ ਜੀ, ਬਲੈਕ ਬੋਰਡ ਤੇ ਅੱਜ ਕੱਲ ਗ੍ਰੀਨ ਬੋਰਡ ਆ ਗਏ। ਉਹ ਜਿਹੜਾ ਗ੍ਰੀਨ ਬੋਰਡ ਆ ਗਏ। ਪਹਿਲਾਂ ਬਲੈਕ ਬੋਰਡ ਹੁੰਦਾ ਸੀ, ਰੰਗ 'ਚ ਫਰਕ ਪਾਤਾ, ਹੁਣ ਗ੍ਰੀਨ ਬੋਰਡ ਕਰ ਦਿੱਤਾ। ਬਲੈਕ ਬੋਰਡ ਸੀ, ਇੱਕ ਸਟੈਂਡ ਸੀ, ਚੌਕ ਸੀ, ਤੇ ਨਾਲ ਕੀ ਹੁੰਦਾ ਸੀ? ਇੱਕ ਡਸਟਰ ਹੁੰਦੇ ਜੀ। ਡਸਟ ਅੱਜ ਵੀ ਲਿਖੇ ਹੋਏ ਨੂੰ ਕੀ ਕਰਦੇ ਆ? ਰੱਦ ਕਰ ਦਿੰਦੇ, ਮਿਟਾ ਦਿੰਦੇ।
ਸਾਫ਼ ਕਰ ਦਿੰਦੇ। ਕੁਝ ਸਮੇਂ ਬਾਅਦ ਇਹਨਾਂ ਨੂੰ ਰੰਗ ਵੀ ਕਰਾਉਣਾ ਪੈਂਦਾ ਵੀ ਉਹ ਜੇ ਉਹ ਵਾਈਟਨੈਸ ਹੀ ਉਹਦੇ ਚਿਪਕ ਜਾਂਦੀ ਆ। ਇਸੇ ਤਰ੍ਹਾਂ ਤੌਬਾ ਇੱਕ ਐਸਾ ਡਸਟਰ ਹੈ ਜੋ ਮੇਰੇ ਔਰ ਤੁਹਾਡੇ ਜ਼ਿੰਦਗੀ ਚੋਂ ਜਦੋਂ ਅਸੀਂ ਤੌਬਾ ਕਰ ਲੈਂਦੇ ਹਾਂ, ਖੁਦਾਵੰਦ ਦੇ ਕਲਾਮ 'ਚ ਲਿਖਿਆ ਚਾਹੇ ਤੁਹਾਡੇ ਪਾਪ ਕਿਰਮਚ ਜਾਂ ਲਾਲ ਹੋਣ, ਮੈਂ ਕੀ ਕਰ ਦਿਆਂਗਾ, ਧੋ ਕੇ ਬਰਫ਼ ਦੀ ਮਾਨਤ ਸਫੇਦ। ਕਿਹਦਾ ਕਹਿਣਾ ਆ? ਸਾਡੇ ਖੁਦਾ ਦਾ। ਕਿਹਨਾਂ ਦੇ ਪਾਪ? ਜਿਹੜੇ ਤੌਬਾ ਕਰ ਲੈਂਦੇ ਆ। ਜਿਨ੍ਹਾਂ ਨੇ ਤੌਬਾ ਕੀਤੀ ਹੈ ਉਹਨਾਂ ਨੂੰ ਇਹ ਵਿਸ਼ਵਾਸ ਹੋਵੇ, ਜਿਨ੍ਹਾਂ ਤੌਬਾ ਕੀਤੀ ਹੈ ਕਾਨੂੰਨ ਦੇ ਵਿੱਚ ਚੱਲਦੇ ਆ, ਤੁਹਾਨੂੰ ਪੱਕਾ ਭਰੋਸਾ ਹੋਣਾ ਚਾਹੀਦਾ। ਹੁਣ ਦੁਆ ਦੇ ਵਿੱਚ ਇਹ ਗਾਣਾ ਨਹੀਂ ਗਾਉਣਾ, ਖੁਦਾਵੰਦ ਮੈਂ ਪਾਪੀ ਤੇ ਗੁਨਾਹਗਾਰ ਹਾਂ। ਜਦੋਂ ਥਾਣੇ ਜਾ ਕੇ ਆਖੋ ਜੀ ਮੈਂ ਚੋਰ ਹਾਂ, ਮੈਂ ਬੈਂਕ ਦੀ ਚੋਰੀ ਕੀਤੀ, ਭਾਈ ਬਿੱਲੇ ਕਿਉਂਕਿ ਕਹਿਣਗੇ ਤੂੰ ਬਹੁਤ ਚੰਗਾ, ਤੂੰ ਘਰ ਚਲੇ ਜਾ ਕੇ ਆਰਾਮ ਨਾਲ ਖਾਈ। ਕੀ ਕਹਿਣਗੇ? ਨਹੀਂ ਨਹੀਂ, ਹੁਣ ਗਵਾਹੀ ਦੀ ਕੋਈ ਲੋੜ ਨਹੀਂ। ਹੁਣ ਕੀ ਕਰੋ ਇਹਨੂੰ? ਇਹ ਖੁਦ ਕਹਿੰਦਾ ਮੈਂ ਕੀ ਕੀਤੀ। ਜਿਹੜੇ ਤੌਬਾ ਕਰਕੇ ਹੁਣ ਕੀ ਕਹਿੰਦੇ, ਖੁਦਾਵੰਦਾ ਰਾਤ ਦੀ ਦੁਆ ਕਰਦੇ ਮੈਂ ਪਾਪਣ ਤੇ ਗੁਨਾਹਗਾਰ ਹਾਂ। ਇਹਦਾ ਮਤਲਬ ਤੂੰ ਤੌਬਾ ਕਰਕੇ ਅਜੇ ਵੀ ਕੀ ਕਰਦੀ ਆ। ਜਿਹੜੇ ਭਾਈ ਕਹਿੰਦੇ ਖੁਦਾਵੰਦਾ ਮੇਰੀ ਦੁਆ ਨੂੰ ਸੁਣ ਲੈ, ਮੈਂ ਪਾਪੀ ਤੇ ਗੁਨਾਹਗਾਰ ਦੀ ਦੁਆ ਸੁਣ ਤੇ ਕਬੂਲ। ਅਰੇ ਗੰਦਗੀ ਵਾਲੀ ਭੇਟ ਖੁਦਾ ਕਬੂਲ ਕਰਦਾ ਹੀ। ਕਲਾਮ 'ਚ ਲਿਖਿਆ ਪਰਮੇਸ਼ਰ ਕਿਸੇ ਗੁਨਾਹਗਾਰ ਦੀ ਪ੍ਰਾਰਥਨਾ ਇੱਕ ਪ੍ਰਾਰਥਨਾ ਸੁਣਦਾ। ਕਿਹੜੀ? ਜਦ ਗੁਨਾਹਗਾਰ ਇਹ ਦੁਆ ਕਰਦਾ ਖੁਦਾਵੰਦ ਮੇਰੇ ਪਾਪ ਮੈਨੂੰ, ਤੌਬਾ ਵਾਲੇ ਦਿਲੋਂ ਦੀ ਦੁਆ ਸੁਣਦਾ। ਜਦੋਂ ਇਹ ਦੁਆ ਕਰਦਾ ਖੁਦਾ ਦੇ ਪਾਪ ਮਾਫ ਕਰ ਦਿੰਦਾ। ਕਈ ਇਹ ਦੁਆ ਕਰਦੇ ਮੇਰੇ ਪਿਛਲੇ ਪਾਪ ਮੈਨੂੰ, ਅਗਲੀ 2 ਸਟੇਜਾਂ ਦੀ ਗਾਰੰਟੀ ਨਹੀਂ ਦਿੰਦੇ। ਤੌਬਾ ਦਾ ਅਸਲੀ ਮਤਲਬ ਹੈ ਪਿਛਲੇ ਪਾਪਾਂ ਦੀ ਮਾਫੀ, ਵਰਤਮਾਨ ਸਮੇਂ 'ਚ ਪਾਪਾਂ ਦੀ ਮਾਫੀ, ਔਰ ਇਨ ਫਿਊਚਰ ਜੋ ਸਾਡੇ ਜੀਵਨ 'ਚ ਹੋਏ ਉਹਦੀ ਵੀ ਗਾਰੰਟੀ ਕਿਹਨੂੰ ਚੁਕਾ ਦੇਣੀ ਆ? ਪ੍ਰਭੂ ਜੀ ਮੈਂ ਤੇ ਕਮਜ਼ੋਰ ਹਾਂ, ਮੇਰੇ ਤੇ ਕੀ ਕਰੀ। ਸਾਡਾ ਇੱਕ ਭਾਈ ਉਹ ਗੀਤ ਗਾਉਂਦਾ ਸੀ, ਯਸੂ ਜੀ ਮੈਨੂੰ ਸਾਂਭ ਕੇ ਰੱਖੀ ਦਿਲ ਦਾ ਮੈਂ। ਗਾਇਆ ਕਦੀ ਤੁਸੀਂ ਇਹ ਗੀਤ? ਨਹੀਂ ਗਾਇਆ, ਸੁਣਿਆ ਹੋਣਾ ਕਿਤੇ। ਸਾਂਭ ਕੇ ਰੱਖੀ, ਚਲੋ ਆਪ ਕਹਿੰਦੇ ਮੈਂ ਨਹੀਂ ਲੱਤ ਲਾਉਣੀ, ਮੈਨੂੰ ਚੁੱਕ ਹੀ ਲਈ ਤੂੰ ਬਸ। ਮੈਂ ਨਹੀਂ ਲੱਤ ਲਾਉਣੀ, ਮੇਰੇ ਤੋਂ ਤੁਰਿਆ ਨਹੀਂ ਜਾਂਦਾ, ਮੈਨੂੰ ਸਾਂਭ ਕੇ ਰੱਖੀ, ਤੂੰ ਹੀ ਮੇਰਾ ਬੋਝ ਚੁੱਕ ਲਾ। ਪਰ ਕੁਝ ਕੰਮ ਸਾਨੂੰ ਜਿਹੜੇ ਕਰਨੇ ਆ, ਤੌਬਾ ਅਸੀਂ ਕਰਨੀ ਨਾ ਕਿ ਖੁਦਾ ਨੇ। ਪਾਪਾਂ ਤੋਂ ਮਾਫੀ ਅਸੀਂ ਮੰਗਣੀ ਨਾ ਕਿ ਖੁਦਾ ਨੇ। ਵਾਅਦਾ ਅਸੀਂ ਕਰਨਾ ਉਹ ਪਿਛਲੇ ਪਾਪਾਂ ਨੂੰ ਮਾਫ ਕਰੇਗਾ। ਮੈਂ ਸਮਝਦਾ ਕਿ ਵਰਤਮਾਨ ਸਮੇਂ ਤੇ ਅਗਲੇ ਪਾਪਾਂ ਦੀ ਗਾਰੰਟੀ ਸਾਡੀ ਆ ਕਿ ਅਸੀਂ ਪਾਪ, ਪਰ ਫਿਰ ਵੀ ਜੇ ਕਿਤੇ ਜਾਣੇ ਅਣਜਾਣੇ 'ਚ ਪਾਪ ਹੋ ਜਾਏ ਤੇ ਆਪਣੇ ਉਹ ਭਰੋਸਾ ਰੱਖਣ ਵਾਲਿਆਂ ਦੀ, ਆਪਣੇ ਲੋਕਾਂ ਦੀ ਖੁਦਾਵੰਦ ਮਦਦ ਕਰਦਾ। ਉਹਨਾਂ ਨੂੰ ਮਾਫੀ ਦੇਣ ਦਾ ਹੱਕ ਸਾਡੇ ਖੁਦਾ ਕੋਲ ਹੈ। ਉਹ ਮਾਫ ਕਰਨ ਦਾ ਹੱਕ ਰੱਖਦਾ, ਸਾਨੂੰ ਉਹਦੀ ਸਮਰੱਥਾ ਸਾਨੂੰ ਮਾਫ ਕਰਦੀ ਹੈ। ਤੌਬਾ ਦਾ ਮਤਲਬ ਹੈ ਪਾਪਾਂ ਤੋਂ ਮਾਫੀ ਮੰਗਣੀ। ਜਦੋਂ ਅਸੀਂ ਪਾਪਾਂ ਤੋਂ ਮਾਫੀ ਮੰਗ ਲਵਾਂਗੇ, ਸੱਚਮੁੱਚ ਜਿਨ੍ਹਾਂ ਨੂੰ ਉੱਪਰਲੇ ਮਨੋਂ ਮੰਗੀ ਆ ਨਾ ਵੀ ਪਾਦਰੀ ਨੇ ਕਿ ਘੱਟਾ ਪਾਇਆ, ਕਲੀਸੇ ਦੇ ਘੱਟਾ ਪਾਇਆ, ਅਸੀਂ ਤੇ ਉਹੀ ਕੰਮ ਕਰੀ ਜਾ, ਛੱਡ ਕੁਛ ਨਹੀਂ ਹੁੰਦਾ। ਫੇਰ ਕੀ ਅਜੇ ਹੋ ਗਿਆ ਤੇ ਪਾਦਰੀ ਕੋਈ ਨਹੀਂ ਹੁੰਦਾ। ਕਿਉਂ ਵੀ ਪਾਦਰੀ ਨਹੀਂ ਪਾਪ ਕਰਦਾ। ਫਿਰ ਪਾਦਰੀ ਵੱਲ ਨਾ ਵੇਖਿਓ, ਉਹਦੇ ਵੱਲ ਵੇਖੋ ਜਿਹਦਾ ਇਹ ਕਲਾਮ ਆ। ਹੋ ਸਕਦਾ ਪਾਦਰੀ ਕੋਲ ਪਾਪ ਹੋ ਜੇ। ਜੇ ਪਾਦਰੀ ਖੂਹ 'ਚ ਡਿੱਗ ਜਾਏਗਾ ਤਾਂ ਮਗਰੇ ਛਾਲਾ ਮਾਰ ਦੋਗੇ ਸਰ, ਸਾਡਾ ਪਾਦਰੀ ਖੂਹ 'ਚ ਡਿੱਗ ਗਿਆ ਚਲੋ ਚੱਲੀਏ। ਨਹੀਂ, ਸਾਨੂੰ ਕਿਹਨੂੰ ਤੱਕਣਾ ਆ? ਯਸੂ ਨੂੰ ਤੱਕਣਾ ਆ, ਜਿਹਦਾ ਫਰਮਾਨ ਆ ਤੌਬਾ ਕਰੋ, ਮੁੜੋ, ਤੁਹਾਡੇ ਪਾਪ ਤਾਂ ਜੋ ਪ੍ਰਭੂ ਦੇ ਹੁਜ਼ੂਰੋਂ ਸੁੱਖ ਦੇ ਦਿਨ ਆਉਣ। ਤੌਬਾ ਤੇ ਕਰ ਲਈ ਆ ਪਰ ਬਰਕਤ ਨਹੀਂ ਮਿਲੀ। ਵਜ੍ਹਾ ਸਾਡੇ 'ਚ ਪੂਰਨ ਤਬਦੀਲੀ ਨਹੀਂ, ਅਸੀਂ ਗੜਬੜ ਕਰਦੇ ਆ, ਕਿਤੇ ਨਾ ਕਿਤੇ ਗੜਬੜ ਹੈ। ਤੌਬਾ ਕਰੋ, ਮੁੜੋ, ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਸੁੱਖ ਦੇ ਦਿਨ ਆਉਣ। ਹਾਂਜੀ, ਪਰਮੇਸ਼ਰ ਨੇ ਆਪਣੇ ਸੇਵਕ ਨੂੰ ਖੜਾ ਕਰਕੇ ਪਹਿਲਾਂ ਤੁਹਾਡੇ ਕੋਲ ਕੱਲਿਆ। ਹਾਂ, ਭਈ ਤੁਹਾਡੇ ਵਿੱਚੋਂ ਹਰੇਕ ਨੂੰ ਉਹਦੀਆਂ ਬੁਰਾਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ। ਹਾਂ। ਇੱਥੇ ਇੱਕ ਹੁਣ ਗੱਲ ਹੋ ਰਿਹਾ, ਪਾਦਰੀ ਸਾਹਿਬ ਕਹਿੰਦਾ ਕਿ ਆਹ ਤੁਹਾਡੇ 'ਚ ਗਲਤੀ ਆ, ਇਹ ਤੁਸੀਂ ਮਾੜਾ ਕੰਮ ਕਰਦੇ ਹੋ। ਤੇ ਸਾਡਾ ਜਵਾਬ ਕੀ ਆ? ਸਾਡਾ ਜਵਾਬ ਕੀ ਹੈ ਇਹਦੇ ਪ੍ਰਤੀ? ਅਸੀਂ ਨਹੀਂ ਮੰਨਦੇ। ਇਹ ਹੁਣ ਡਿਊਟੀ ਲੱਗ ਗਈ ਸੇਵਕ ਦੀ। ਉਹ ਕੀ ਕਰੇ? ਤੁਹਾਡੇ ਪਾਪ ਤੁਹਾਨੂੰ ਦੱਸੇ, ਕਿਹੜੇ ਕਿਹੜੇ ਤੁਸੀਂ ਪਾਪ, ਤੁਸੀਂ ਤੌਬਾ ਕੀਤੀ, ਤੁਹਾਨੂੰ ਪਾਪਾਂ ਦੇ ਬਾਰੇ ਗਿਆਨ ਨਹੀਂ ਆ। ਇਹ ਬਾਈਬਲ ਦੇ ਵਿੱਚ ਮੈਂ ਜਿਹੜੀ ਬਾਈਬਲ ਚੋਂ ਮੈਂ ਪੜ੍ਹਿਆ, ਡੇਕਸ ਬਾਈਬਲ 'ਚ ਮੈਂ ਪੜ੍ਹਿਆ 370 ਕਿਸਮ ਦੇ ਪਾਪ ਬਾਈਬਲ ਦੇ ਅੰਦਰ ਮੈਂਸ਼ਨ ਆ, ਲਿਖੇ ਹੋਏ ਆ, ਜਿਨ੍ਹਾਂ ਦੇ ਬਾਰੇ ਲਗਭਗ ਸਾਨੂੰ ਚਰਚਾ ਕਰਨ ਦੀ ਜ਼ਰੂਰਤ ਆ ਕਿ ਅਸੀਂ ਉਹਨਾਂ ਨੂੰ ਸਮਝ ਲਈਏ ਤੇ ਆਪਣੇ ਜੀਵਨ 'ਚੋਂ ਕੀ ਕਰੀਏ? ਕੱਢ ਦੇਈਏ। ਕਲਾਮ ਇਹ ਦੱਸਦਾ ਸੇਵਕ ਨੂੰ ਖੜਾ ਕਰਕੇ। ਇਸ ਕਰਕੇ ਪਾਦਰੀ ਲੋਕ ਕਹਿੰਦੇ ਭਾਈ ਜੀ ਬੀੜੀ ਪੀਣੀ ਪਾਪ, ਹੁੱਕਾ ਪੀਣਾ ਪਾਪ, ਨਸ਼ਾ ਪੀਣਾ ਪਾਪ,
ਭੰਗ ਪੀਣੀ ਪਾਪ। ਇੱਕ ਭਾਈ ਸੀ ਉਹ ਕਹਿੰਦੇ ਜੀ ਹੁਣ ਉਹ ਸ਼ਰਾਬ ਛੱਡ ਤੇ ਬੀਅਰ ਪੀਣ ਲੱਗਿਆ। ਘਰ ਦੇ ਮੈਨੂੰ ਕਹਿੰਦੇ ਜੀ ਇਹ ਬੀਅਰ ਪੀਂਦਾ। ਮੈਂ ਉਹਨੂੰ ਪੁੱਛਿਆ ਵੀ ਭਾਈ ਜੀ ਤੁਸੀਂ ਬੀਅਰ ਪੀਂਦੇ ਹੋ? ਕਹਿੰਦਾ ਜੀ ਇਹਦੇ 'ਚ ਕਿਹੜਾ ਨਸ਼ਾ ਹੁੰਦਾ ਬੀਅਰ ਵਿੱਚ ਨਸ਼ਾ ਕਿ ਨਹੀਂ? ਬੋਲੋ, ਹੁੰਦਾ ਬੀਅਰ 'ਚ ਨਸ਼ਾ ਕਿ ਨਹੀਂ? ਭਾਈ ਨੇ ਦੱਸਿਆ, ਭਾਈ ਸੂਬੇਦਾਰ ਸਾਹਿਬ ਨੇ, ਕਿਉਂਕਿ ਉਹਨੂੰ ਪਤਾ ਆ ਕਿ ਇੱਕ ਬੋਤਲ ਪੀ ਲਈ ਹੈ ਬੀਅਰ ਦੀ ਤੇ ਪਾਈਆ ਦਾ ਨਸ਼ਾ ਹੁੰਦਾ ਹੈ ਨਸ਼ਾ। ਫਿਰ ਉਹਨੂੰ ਇਸ ਗੱਲ ਤੋਂ ਹਟਾਇਆ। ਫਿਰ ਉਹਨੇ ਫੜ ਲਈ ਤਾਸ਼। ਹੁਣ ਕਹਿੰਦੇ ਕਿ ਇਹ 'ਚ ਕਿਹੜਾ ਨਸ਼ਾ ਹੁੰਦਾ ਜੀ? ਤਾਸ਼ ਵਿੱਚ ਹਰ ਬੁਰੇ ਕੰਮ 'ਚ ਨਸ਼ਾ ਹੁੰਦਾ। ਕਿਉਂ ਸੰਤੋਖ ਜੀ? ਬੰਦਾ ਬੁਰਾ ਕੰਮ ਕਿਉਂ ਕਰਦਾ? ਉਹਦੀ ਅਭਿਲਾਸ਼ਾ ਜਿਹੜੀ ਆ ਜਿਹੜੇ ਗਲਤ ਫਲਤ ਟੈਲੀਫੋਨ ਕਰਦੇ ਆ, ਇਹਨਾਂ ਦੇ ਮੂੰਹ ਵਿੱਚ ਕੁਛ ਨਹੀਂ ਪੈਂਦਾ, ਪਰ ਕੰਨਾਂ ਨੂੰ ਬੜਾ ਸਵਾਦ ਹੁੰਦਾ ਜਦੋਂ ਮਾੜੀਆਂ ਗੱਲਾਂ ਕਰਦੇ ਤੇ ਸੁਣਦੇ ਆ। ਕਈ ਮੁੰਡੇ ਤੇ ਕੁੜੀਆਂ ਨੇ, ਕਿ ਬੁੱਢੇ ਵੀ ਕਰ ਲੈਂਦੇ, ਕੋਈ ਗੱਲ ਨਹੀਂ, ਇਹ 'ਚ ਕੋਈ ਭੇਜ ਵਾਲੀ ਗੱਲ ਨਹੀਂ। ਇਹ ਸਾਰੇ ਟੈਲੀਫੋਨ ਦੇ ਕੁਝ ਨਾ ਕੁਝ ਕਿਤੇ ਨਾ ਕਿਤੇ ਪੱਤਾ ਲਾ ਹੀ ਲੈਂਦੇ ਆ। ਯਾਦ ਰੱਖੋ, ਤੌਬਾ ਕੀਤੇ ਲੋਕਾਂ ਨੂੰ ਪ੍ਰਚਾਰਕ ਦਾ ਕੰਮ ਆ ਪਾਪਾਂ ਦੀ ਉਹਦੇ ਨਾਲ ਚਰਚਾ ਕਰ ਦੇਣੀ। ਇਹ ਆ ਪਾਪ ਆ, ਭਾਈ ਤੂੰ ਮਸੀਹ ਵਿੱਚ ਆਇਆ, ਹੁਣ ਆਇਆ ਪਾਪ ਆ। ਤੇ ਕਈ ਦੁਖੀ ਹੁੰਦੇ ਕਹਿੰਦੇ ਨਹੀਂ ਯਾਰ, ਇਹ ਪਾਦਰੀ ਨੂੰ ਪਤਾ ਹੀ ਨਹੀਂ। ਖੁਦਾ ਤਾਂ ਦਿਲ ਚਾਹੁੰਦਾ। ਕੀ ਚਾਹੁੰਦਾ ਹੈ ਜੀ? ਦਿਲ ਹੀ ਚਾਹੁੰਦਾ ਆ। ਦਿਲ ਕੱਢ ਕੇ ਰੱਬ ਨੂੰ ਦੇ ਤਾਂ ਬਾਕੀ ਤੁਹਾਡਾ ਸਰੀਰ ਕਿਸ ਕੰਮ ਆਏਗਾ? ਅੱਜ ਕੱਲ ਕੀ ਫੇਲ ਹੋ ਰਿਹਾ? ਲਗਭਗ ਕੀ ਹੋ ਰਿਹਾ? ਹਾਰਟ ਫੇਲ ਹੋ ਰਿਹਾ। ਇਸੇ ਕਰਕੇ ਹਾਰਟ ਅਟੈਕ ਜ਼ਿਆਦਾ ਆ। ਇਹ ਇਨਸਾਨ ਨੂੰ ਮਾਣ ਆ ਗਿਆ ਮੇਰਾ ਦਿਲ ਤੇ ਠੀਕ ਹੀ ਆ, ਬਾਕੀ ਮੇਰੇ ਜਿਸਮ ਦੀ ਕੋਈ ਗੱਲ ਨਹੀਂ। ਪਰ ਬਾਈਬਲ ਨੂੰ ਪੜ੍ਹਨ ਵਾਲਿਓ, ਇਹ ਕਲਾਮ ਦੇ ਅੰਦਰ ਲਿਖਿਆ ਪਹਿਲਾ ਕਰੰਥੀਆ ਉਹਦਾ 6 ਬਾਬ ਉਹਦੀ 15 ਆਇਤ ਨੂੰ ਪੜ੍ਹ ਲਈਏ। ਤੁਸੀਂ ਜੇਕਰ ਪੜ੍ਹ ਸਕਦੇ ਹੋ ਤੇ ਪੜ੍ਹ ਲਓ। ਖੁਦਾ ਦਾ ਕਲਾਮ ਕੀ ਕਹਿੰਦਾ? ਕੱਲਾ ਦਿਲ ਹੀ ਚਾਹੁੰਦਾ ਕਿ ਜਾਂ ਹੋਰ ਵੀ ਕੁਝ ਚਾਹੁੰਦਾ? ਪੜ੍ਹੀਏ। ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਲਿਖਿਆ ਕਿ ਤੁਸੀਂ ਇਹ ਨਹੀਂ ਜਾਣਦੇ ਤੁਹਾਡੇ ਸਰੀਰ ਕਲੀਸਿਆ ਦੇ ਅੰਗ ਨਹੀਂ। ਕਿਹਦੇ ਅੰਗ ਆ? ਮਸੀਹ ਦੇ ਅੰਗ ਸੁਣੋ, ਹਨ। ਕੁਝ ਸਾਡੇ ਚੋਂ ਮਸੀਹ ਦਾ ਸਿਰ ਆ, ਕੁਝ ਸਾਡੇ ਚੋਂ ਮਸੀਹ ਦਾ ਮੂੰਹ ਆ, ਕੁਝ ਸਾਡੇ ਚੋਂ ਮਸੀਹ ਦੀਆਂ ਅੱਖਾਂ ਆ, ਕੁਝ ਸਾਡੇ ਚੋਂ ਮਸੀਹ ਦਾ ਬਦਨ ਆ, ਪੇਟ ਆ, ਕੁਝ ਬਾਹਾਂ ਨੇ, ਕੁਝ ਇਹ ਲੱਤਾਂ ਨੇ, ਕੁਝ ਪੈਰ ਨੇ। ਤੇ ਇਹ ਸਾਰੇ ਅਸੀਂ ਕਿਹਦੇ ਅੰਗ ਆ? ਮਸੀਹ ਦੇ ਅੰਗ ਹਾਂ। ਅਸੀਂ ਆਪਣੇ ਆਪ ਦੇ ਨਹੀਂ। ਜਿਨ੍ਹਾਂ ਨੇ ਤੌਬਾ ਕੀਤੀ, ਬਪਤਿਸਮਾ ਲਿਆ, ਅਸੀਂ ਆਪਣੇ ਆਪ ਦੇ ਨਹੀਂ ਰਹੇ। ਪਹਿਲਾਂ ਅਸੀਂ ਸ਼ੈਤਾਨ ਦੇ ਸੀ ਤੇ ਫਿਰ ਅਸੀਂ ਹੁਣ ਕਿਹਦੇ ਹੋ ਗਏ ਆ? ਮਸੀਹ ਦੇ। ਜਦੋਂ ਅਸੀਂ ਆਪਣੇ ਆਪ ਦੇ ਸੀ ਨਾ, ਅਸੀਂ ਸ਼ੈਤਾਨ ਦੀ ਗੱਲ ਮੰਨ ਕੇ ਬਾਗ ਅਦਨ ਵਿੱਚ ਅਸੀਂ ਆਪਣੇ ਆਪ ਦੇ। ਖੁਦਾ ਨੇ ਸਾਨੂੰ ਹਾਕਮ ਬਣਾਇਆ, ਰਾਜਾ ਬਣਾਇਆ, ਅੱਛੇ ਲੋਕ ਬਣਾ ਕੇ, ਇਨਸਾਨ ਬਣਾ ਕੇ ਬਾਗ ਅਦਨ ਵਿੱਚ ਰੱਖਿਆ ਕਿ ਆਦਮ ਤੂੰ ਬਾਗ ਦੀ ਵਾਹੀ ਤੇ ਉਹਦੀ ਸਪੁਰਦ ਕਰ ਦਿੱਤਾ। ਖੁਦਾ ਉੱਥੇ ਕੋਈ ਫਲ ਖਾਣ ਨਹੀਂ ਸੀ ਆਉਂਦਾ। ਇਹ ਸਾਰੇ ਫਰੂਟ, ਸਾਰੇ ਜਿੰਨੀ ਬਨਸਪਤੀ ਸੀ, ਇਹ ਕਿਹਦੇ ਅਧਿਕਾਰ ਵਿੱਚ ਸੀ? ਆਦਮ ਦੇ ਅਧਿਕਾਰ ਵਿੱਚ। ਔਰ ਜਦੋਂ ਆਦਮ ਆਪਣੇ ਆਪ ਤੋਂ ਗਵਾਚ ਗਿਆ, ਸ਼ੈਤਾਨ ਦਾ ਹੋ ਗਿਆ, ਸ਼ੈਤਾਨ ਤੋਂ ਛਡਾਉਣ ਲਈ ਖੁਦਾ ਨੂੰ ਯਿਸੂ ਮਸੀਹ ਨੇ ਆਪਣਾ ਖੂਨ ਵਹਾਇਆ। ਸਾਨੂੰ ਸ਼ੈਤਾਨ ਤੋਂ ਮੁੱਲ ਲੈ ਕੇ ਮਸੀਹ ਦੇ ਦੁਆਰਾ ਪਰਮੇਸ਼ਰ ਨੇ ਆਪਣੇ ਬੱਚਿਆਂ ਦੇ ਬੱਚੇ ਬਣਾਇਆ। ਸਾਨੂੰ ਕਿਹਦੇ ਅੰਗ ਬਣਾ ਦਿੱਤਾ? ਮਸੀਹ ਦੇ। ਤੁਸੀਂ ਮੰਨਦੇ ਹੋ? ਜਿਹੜੇ ਵਿਸ਼ਵਾਸ ਕਰਦੇ ਨੇ, ਤੌਬਾ ਕੀਤੀ, ਅਸੀਂ ਕਿਹਦੇ ਅੰਗ ਆ? ਬੋਲੋ, ਕਿਹਦੇ ਅੰਗ ਆ? ਤੇ ਲਿਖਿਆ ਅੱਗੇ ਪੜ੍ਹੀਏ ਭਲਾ ਕੀ ਲਿਖਿਆ। ਹਾਂਜੀ। ਸੋ ਕੀ ਮੈਂ ਮਸੀਹ ਦੇ ਅੰਗ ਲੈ ਕੇ ਕੰਜਰੀ ਦੇ ਅੰਗ ਬਣਾਵਾਂ? ਹਾਂ, ਕਦੇ ਨਹੀਂ। ਉਹ ਸੁਣੋ, ਇਹ ਮਸੀਹ ਦਾ ਅੰਗ ਆ। ਪਤਾ ਨਹੀਂ ਤੁਸੀਂ ਕੀ ਲੱਤ ਬਾਂਹ ਕੀ ਹੋ, ਜੋ ਵੀ ਹੈਗੇ ਹੋ, ਇਹਨੂੰ ਕਿਹਦੇ ਖਡਾਉਣਾ ਨਹੀਂ ਬਣਾਉਣਾ। ਇਹ ਮਸੀਹ ਦਾ ਅੰਗ ਆ। ਇਹਨੂੰ ਕਿੱਦਾਂ ਰੱਖਣਾ ਆ? ਇਹ ਖੁਦਾ ਨੇ ਤੁਹਾਨੂੰ ਮਸੀਹ ਦਾ ਅੰਗ ਬਣਾਇਆ। ਤੁਸੀਂ ਜਿਹੜੇ ਅੰਦਰ ਬੋਲਣ ਵਾਲਾ ਤੁਹਾਡਾ ਇਨਸਾਨ ਆ, ਜੇ ਮਸੀਹ ਦੇ ਅੰਗ ਤੇ ਗੜਬੜ ਕੀਤੀ, ਫੁੱਲ ਬੂਟੇ ਪਾਏ, ਤੇ ਇੱਕ ਦਿਨ ਕੀ ਹੋਏਗਾ ਸੰਤੋਖ ਜੀ? ਫਿਰ ਕੀ ਹੋਏਗਾ? ਤੁਹਾਨੂੰ ਉਹਨੇ ਸੰਭਾਲਣ ਨਹੀਂ ਦਿੱਤਾ, ਮੇਰੇ ਕੰਮ ਆਉਣ ਲਈ ਤੇ ਫੁੱਲ ਬੂਟੇ ਪਾਉਣ ਲਈ ਨਹੀਂ ਦਿੱਤਾ। ਇਸ ਲਈ ਅਸੀਂ ਸਮਝ ਗਏ, ਅਸੀਂ ਸਭ ਮਸੀਹ ਦੇ ਅੰਗ ਹਾਂ। ਇਸ ਜਿਸਮ ਦੇ ਦੁਆਰਾ ਪਰਮੇਸ਼ਰ ਦੀ ਮਹਿਮਾ ਕਰਨੀ ਹੈ। ਮਹਿਮਾ ਕਦੋਂ ਹੋਏਗੀ? ਜਦੋਂ ਤੌਬਾ ਕੀਤੀ ਹੋਏਗੀ। ਲਿਖਿਆ ਉਹਨੇ ਆਪਣੇ ਸੇਵਕ ਨੂੰ ਖੜਾ ਕਰਕੇ ਤੁਹਾਡੇ ਕੋਲ ਘੱਲਿਆ ਭਈ ਤੁਹਾਨੂੰ ਤੁਹਾਡੀਆਂ ਬੁਰਾਈਆਂ ਤੋਂ ਹਟਾ ਕੇ ਤੇ ਤੁਹਾਨੂੰ ਕੀ ਕਰੇ? ਬਰਕਤ ਦੇਵੇ। ਜਦੋਂ ਬੁਰਾਈਆਂ ਤੋਂ ਹਟ ਜਾਣਗੇ ਬਰਕਤ ਮਿਲੇਗੀ। ਨਹੀਂ ਤੇ ਆਦਮ ਦੀ ਤਰ੍ਹਾਂ ਪਸੀਨਾ ਸਿਰ ਤੋਂ ਲੈ ਕੇ ਪੈਰਾਂ ਤੱਕ ਵਗੇਗਾ ਤੇ ਫਿਰ ਵੀ ਸ਼ਾਮ ਨੂੰ ਕਹਿਣਾ ਆ ਦਹੀਂ ਰੋਟੀ ਬੁਰਕੀ ਸਬਜ਼ੀ ਕੋਈ ਬਣਾਣੀ, ਚੱਲ ਮਿਰਚ ਨਹੀਂ ਦੇ ਦੇ। ਕਾਰਨ ਕੀ ਆ? ਬਰਕਤ। ਜੇ ਬਰਕਤ ਲੈਣੀ ਆ ਤੇ ਰੱਬ ਦੇ ਸੇਵਕ ਦੀ ਗੱਲ ਮੰਨੋ। ਕੱਲਾ ਮੈਂ ਹੀ ਨਹੀਂ ਆ, ਸਾਡੇ ਚਰਚ ਰੱਬ ਨੇ ਕਿੰਨੇ ਸੇਵਕ ਤਿਆਰ ਕੀਤੇ ਆ। ਜੇ ਇਹ ਕਹਿੰਦੇ ਆ ਤੇ ਮੇਰੀ ਨਾ ਮੰਨੋ, ਇਹਨਾਂ ਦੀ ਵੀ ਮੰਨ ਲਓ। ਇਹ ਵੀ ਰੱਬ ਦੇ ਸੇਵਕ ਹੀ ਆ।
ਜੋ ਤੁਹਾਨੂੰ ਖੁਦਾ ਦੇ ਕਲਾਮ ਚੋਂ ਦੱਸਦੇ ਆ, ਤੁਹਾਡੀ ਬਿਹਤਰੀ ਦੱਸਦੇ ਆ, ਤੌਬਾ ਕੀਤੇ ਇਨਸਾਨ ਨੂੰ ਇਹ ਮੰਨਣਾ ਜ਼ਰੂਰੀ ਆ। ਖੁਦਾ ਦਾ ਕਲਾਮ ਦੱਸਦਾ ਇਸ ਲਈ ਤੌਬਾ ਕਰੋ, ਮੁੜੋ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰ ਤੁਹਾਡੇ ਲਈ ਸੁੱਖ ਦੇ ਦਿਨ। ਖੁਦਾ ਨੇ ਆਪਣੇ ਸੇਵਕ ਨੂੰ ਖੜਾ ਕਰਕੇ ਪਹਿਲਾਂ ਤੁਹਾਡੇ ਕੋਲ ਘੱਲਿਆ ਵੀ ਤੁਹਾਨੂੰ ਤੁਹਾਡੀਆਂ ਬੁਰਾਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ। ਤੌਬਾ ਕਰਨ ਦਾ ਅਰਥ ਹੈ ਬੁਰਾਈਆਂ ਤੋਂ ਹਟ ਜਾਣਾ, ਪ੍ਰਭੂ ਯਿਸੂ ਦੇ ਕਲਾਮ ਦੇ ਮੁਤਾਬਕ ਚੱਲਣਾ। ਜਿਨ੍ਹਾਂ ਨੇ ਤੌਬਾ ਕੀਤੀ ਹੈ ਆਪਣੀ ਤੌਬਾ ਦੀ ਜਾਂਚ ਕਰੀਏ ਕਿ ਮੈਂ ਅਜੇ ਵੀ ਉਹ ਬੁਰਾਈਆਂ ਛੱਡੀਆਂ ਕਿ ਨਹੀਂ, ਮੈਂ ਪੁਰਾਣੇ ਇਨਸਾਨ ਦੀਆਂ ਖਲਸਤਾ ਛੱਡੀਆਂ ਕਿ ਨਹੀਂ। ਕਿਉਂਕਿ ਬਾਈਬਲ ਲਿਖਿਆ ਸੋ ਜੇ ਕੋਈ ਮਸੀਹ ਵਿੱਚ ਹੈ, 2 ਕਰੰਥੀਆਂ 5:17 ਦੇ ਵਿੱਚ, ਤਾਂ ਉਹ ਕੀ ਆ? ਉਹ ਤੌਬਾ ਕੀਤਾ ਇਨਸਾਨ ਨਵਾਂ ਇਨਸਾਨ ਹੈ। ਪੁਰਾਣੀ ਇਨਸਾਨੀਅਤ ਉਹਨੇ ਯਿਸੂ ਦੇ ਕਦਮਾਂ 'ਚ ਬੈਠ ਕੇ ਖਤਮ ਕਰ ਦਿੱਤੀ, ਪਾਪਾਂ ਤੋਂ ਮਾਫੀ ਮੰਗ ਲਈ, ਪਾਪੀ ਸਰੀਰ ਵੀ ਉਹਦਾ ਖਤਮ ਹੋ ਗਿਆ, ਹੁਣ ਉਹ ਮਸੀਹ ਵਿੱਚ ਆ, ਉਹ ਨਵਾਂ ਇਨਸਾਨ ਆ। ਤੇ ਲਿਖਿਆ ਨਵੀਂ ਜ਼ਿੰਦਗੀ ਦੇ ਰਾਹ ਚਲੀਏ ਕਿ ਨਾ ਚਲੀਏ। ਜੇ ਤੌਬਾ ਕੀਤੀ ਆ ਤੇ ਨਵੀਂ ਇਨਸਾਨੀਅਤ ਪੈਣੀ ਹੈ, ਨਵੀਂ ਜ਼ਿੰਦਗੀ ਦੇ ਰਾਹ ਚੱਲਣਾ ਹੈ। ਜੇ ਤੌਬਾ ਨਹੀਂ ਕੀਤੀ ਤੇ ਫਿਰ ਕੁਝ ਹੋਰ ਹੋ ਜਾਣ ਵਾਲਾ ਜੇ, ਜਿਹਨੂੰ ਅਸੀਂ ਜਾਂਚ ਲਈਏ, ਪਰਖ ਲਈਏ। ਖੁਦਾਵੰਦ ਦੇ ਕਲਾਮ ਚੋਂ ਲੂਕਾ ਦੀ ਅੰਜੀਲ ਉਹਦਾ 13 ਬਾਬ ਉਹਦੀ ਪਹਿਲੀ ਆਇਤ ਤੋਂ ਅੱਗੇ ਪੜਾਂਗੇ ਥੋੜਾ ਜਿਹਾ। ਉਸ ਵੇਲੇ ਕਈ ਉੱਥੇ ਹਾਜ਼ਰ ਸਨ ਜਿਹੜੇ ਉਸ ਨੂੰ ਉਹਨਾਂ ਗਲੀਲੀਆਂ ਦਾ ਹਵਾਲ ਦੱਸਣ ਲੱਗੇ ਜਿਨ੍ਹਾਂ ਦਾ ਲਹੂ ਪਿਲਾਤੂਸ ਨੇ ਉਹਨਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ। ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, ਭਲਾ ਤੁਸੀਂ ਸਮਝਦੇ ਹੋ ਭਈ ਇਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਵੱਡੇ ਪਾਪੀ ਸਨ? ਅਸਲ ਜੀ ਤੁਸੀਂ ਸਮਝਦੇ ਹੋ ਇਹ ਸੈਂਟੈਂਸ ਕੀ ਆ, ਕਿਵੇਂ ਦਾ ਆ? ਦੁਬਾਰਾ ਪੜ੍ਹੀਏ। ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, ਭਲਾ ਤੁਸੀਂ ਸਮਝਦੇ ਹੋ ਭਈ ਇਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਵੱਡੇ ਪਾਪੀ ਸਨ ਜੋ ਉਹਨਾਂ ਨੇ। ਹੁਣ ਮੈਂ ਵੀ ਪੜਾਂਗਾ। ਉਸ ਨੇ ਉਸ ਵੇਲੇ ਸੌਰੀ ਮੈਂ ਉਹੀ ਯਾਰ ਪੜ੍ਹ ਦਿੰਦਾ। ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, ਭਲਾ ਤੁਸੀਂ ਸਮਝਦੇ ਹੋ ਭਈ ਇਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਵੱਡੇ ਪਾਪੀ ਸਨ ਜੋ ਉਹਨਾਂ ਨੇ ਇਹ ਦੁੱਖ ਸਹੇ। ਗੱਲ ਸਮਝੀ? ਪ੍ਰਸ਼ਨ ਪਿੱਛੇ ਦੇ ਇੱਕ ਐਸਾ ਸਾਈਨ ਆਫ ਇੰਟਰੋਗੇਸ਼ਨ, ਕੜਛੀ ਦਾ ਨਿਸ਼ਾਨ ਲੱਗਾ ਹੋਇਆ, ਜਿਹਨੂੰ ਸਵਾਲੀਆ ਨਿਸ਼ਾਨ ਕਹਿੰਦੇ ਆ। ਯਿਸੂ ਨੇ ਉਹਨਾਂ ਤੋਂ ਸਵਾਲ ਕੀਤਾ ਕਿ ਇਹ ਗਲੀਲੀ ਉਹਨਾਂ ਨਾਲੋਂ ਵੱਡੇ ਪਾਪੀ ਸਨ? ਨਹੀਂ, ਵੱਡੇ ਪਾਪੀ ਸਨ ਨਹੀਂ ਸਨ, ਪਰ ਹੈ ਕੀ ਸੀ? ਵੱਡੇ ਨਹੀਂ ਸਨ ਮਾਸਟਰ ਜੀ, ਪਰ ਹੈ ਕੀ ਸੀ? ਪਾਪੀ ਸਨ। ਪਾਪੀ ਸਨ, ਵੱਡੇ ਪਾਪੀ ਨਹੀਂ ਪਰ ਪਾਪੀ ਸਨ। ਔਰ ਅੱਗੇ ਲਿਖਿਆ ਨਹੀਂ, ਹਾਂਜੀ ਮਾਸਟਰ ਅੱਗੇ ਪੜ੍ਹੀਏ। ਮੈਂ ਤੁਹਾਨੂੰ ਆਖਦਾ ਹਾਂ ਨਹੀਂ, ਹਾਂ, ਪਰ ਜੇ ਤੁਸੀਂ ਤੌਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰ੍ਹਾਂ ਨਾਸ਼ ਹੋ ਜਾਵੇਗਾ। ਲਿਖਿਆ ਜੇ ਤੁਸੀਂ ਤੌਬਾ ਨਾ ਕਰੋ, ਬੰਦਗੀ ਕਰੀ ਚਲੋ, ਤੌਬਾ ਨਾ ਕਰੋ ਤੇ ਸੁੱਖ ਦੇ ਦਿਨ ਨਹੀਂ ਆਉਣਗੇ, ਸਵਰਗ ਦਾ ਰਾਜ ਨਜ਼ਰ ਵੀ ਨਹੀਂ ਆਏਗਾ। ਜੇ ਆ ਗਿਆ ਤੇ ਪਾਣੀ ਦੇ ਬੂੰਦ ਨੂੰ ਵੀ ਤੜਫਦੇ ਰਵਾਂਗੇ। ਯਾਦ ਆ ਤੁਹਾਨੂੰ ਧਨੀ ਉੱਥੇ ਪਸੀਨੇ ਵਾਲੀ ਉਂਗਲ ਦਾ ਪਾਣੀ ਵੀ ਲੱਭਦਾ ਸੀ ਵੀ ਮੇਰੇ ਮੂੰਹ ਚ ਆਣ ਕੇ ਮੇਰੀ ਜੀਭ ਤੇ ਇੱਕ ਪੋਟਾ ਪਾਣੀ ਦਾ ਲਾ ਦੇ ਤਾਂ ਜੋ ਮੇਰੀ ਪਿਆਸ ਮਿਟ ਜਾਏ। ਮੈਂ ਇੱਥੇ ਏਸੀ ਵਾਲੇ ਕਮਰੇ 'ਚ ਬੈਠਾ, ਕਿੱਥੇ ਬੈਠਾ? ਸੰਤੋਖ ਜੀ ਕਿੱਥੇ ਬੈਠਾ? ਕਹਿੰਦਾ ਮੈਂ ਇੱਥੇ ਅੱਗ ਵਿੱਚ ਕਲਪਦਾ ਹਾਂ, ਹੇ ਪਿਤਾ ਅਬਰਾਹਮ ਇਹਨੂੰ ਲਾਜ਼ਰ ਨੂੰ ਭੇਜ। ਅਸੀਂ ਪੁਕਾਰਾਂਗੇ, ਜੇ ਤੌਬਾ ਨਹੀਂ ਕੀਤੀ ਤੇ ਫਿਰ ਅਸੀਂ ਪੁਕਾਰਾਂਗੇ, ਅਸੀਂ ਵੇਖਾਂਗੇ ਇਹਨਾਂ ਨੂੰ। ਮੇਰੇ ਬੱਚੇ ਉਹ ਆ, ਮੇਰੇ ਘਰ ਵਾਲੇ ਉਧਰ ਆ, ਮੈਂ ਕਿੱਧਰ ਹਾਂ? ਜੇ ਘਰ ਵਾਲੇ ਨੇ ਤੌਬਾ ਕੀਤੀ, ਘਰ ਵਾਲੇ ਨੇ ਨਹੀਂ ਕੀਤੀ ਤੇ ਘਰ ਵਾਲਾ ਦੇਖੇਗਾ ਇੱਕ ਗੱਲ ਹੋਰ ਪੋਜੀਸ਼ਨ ਐਸੀ ਹੋਏਗੀ, ਨਰਕ ਨੀਚੇ ਹੋਏਗਾ, ਸਵਰਗ ਉੱਪਰ ਹੋਏਗਾ, ਥੱਲਿਓਂ ਦੇਖਿਆ ਜਾਏਗਾ, ਉੱਪਰੋਂ ਝਾਤੀ ਮਾਰਾਂਗੇ, ਉਹ ਮੇਰਾ ਮੁੰਡਾ ਵੀ ਯਾਰ ਉੱਥੇ ਹੀ ਆ, ਮੇਰਾ ਪਾਪਾ ਵੀ ਨਰਕ 'ਚ ਹੀ ਆ, ਮੇਰੇ ਘਰ ਵਾਲੇ ਵੀ। ਉਹ ਮੈਂ ਬੜਾ ਕਿਹਾ ਸੀ ਕਿ ਕਿਹਦੇ ਅੱਗੇ ਆ ਅਸੀਂ? ਆਪਾਂ ਹੁਣ ਉਹ ਮੈਂ ਇਹਨੂੰ ਦੱਸਿਆ ਸੀ ਵੀ ਅਸੀਂ ਮਸੀਹ ਦੇ ਅੱਗੇ ਆ, ਤੇ ਕਹਿੰਦੀ ਆ ਵੀ ਤੈਨੂੰ ਬੜਾ ਪਤਾ, ਅਜੇ ਕੋਈ ਟਾਈਮ ਹੈ ਮਸੀਹ ਦੇ ਅੱਗੇ ਬਣਨ ਦਾ? ਜਦੋਂ ਬੁੱਢੇ ਹੋ ਜਾਣਗੇ ਤੇ ਚਲੋ ਉਦੋਂ ਅਸੀਂ ਕੁਝ ਨਹੀਂ ਕਰਨਾ, ਕਰਾਂਗੇ ਕਿ ਨਹੀਂ? ਉਦੋਂ ਅਸੀਂ ਸਾਦੇ ਪੰਜ ਵਾਲੇ ਰਹਿਣਾ ਜੀ। ਆ ਹੁਣ ਇਹਦੇ ਟਾਈਮ ਆ ਕਿੰਨੀ ਉਮਰ ਤੋਂ? ਵਿਆਹ ਤੋਂ ਬਾਅਦ 40-45 ਸਾਲ ਤੱਕ ਜਦੋਂ ਕੁੜਮਾ ਜਮਾ ਹੋ ਜਾਏਗਾ, ਅਸੀਂ ਆਪੇ ਠੀਕ ਹੋ ਜਾਣਾ। ਤੇਰੇ ਕਹਿਣ ਦੀ ਲੋੜ ਨਹੀਂ, ਪਾਦਰੀ ਸਾਹਿਬ ਤੂੰ ਬਾਦਰੀ ਬਣ ਗਿਆ, ਤੂੰ ਕੀ ਕਰਿਆ ਕਰ? ਤੇਰਾ ਕੰਮ ਇਹ ਲੋਕਾਂ ਨੂੰ
ਮੈਨੂੰ ਨਾ ਕਰਿਆ ਕਰ, ਮੈਨੂੰ ਆਉਂਦਾ ਆ। ਉਦੋਂ ਮੈਂ ਕੀ ਕਰਾਂਗੀ? ਉਦੋਂ ਮੈਂ ਸੁਧਰ ਜਾਵਾਂਗੀ? ਨਹੀਂ ਨਹੀਂ, ਮੈਂ ਉਦੋਂ ਨਹੀਂ। ਚੱਲ ਚੱਲ ਕਰ ਲਾ, ਕੁਛ ਨਹੀਂ, ਵੇ ਕੀ ਹੋਣਾ, ਕਿੱਥੇ ਆ ਉਹ ਮੇਰੇ ਘਰ ਵਾਲੀ, ਕਿੱਥੇ ਆ ਯਾਰ? ਮੈਂ ਬੜਾ ਕਿਹਾ ਸੀ ਪਰ ਮੰਦੀ। ਫਿਰ ਕਦੀ ਘਰ ਵਾਲੀ ਜਿਹੜੀ ਪ੍ਰਭੂ ਤੇ ਵਿਸ਼ਵਾਸ ਕਰਦੀ ਆ ਤੇ ਘਰ ਵਾਲਾ ਗਪੌੜੀ ਆ ਮੇਰੇ ਵਰਗਾ, ਉਹ ਕਹੇਗੀ ਹਾਂ ਹਾਏ ਉਹ ਹਾਂ ਉਹ ਮੋਗਲੀ ਦਾ ਡੈਡੀ ਕਿੱਥੇ ਤੁਰਿਆ ਫਿਰਦਾ? ਇਹ ਮੋਗਲੀ ਉਹਦੇ ਤੈਨੂੰ ਦੱਸਾਂ, ਇਹ ਚਰਚ ਵਿੱਚ ਪ੍ਰਚਾਰ ਕਰਦਾ ਹੁੰਦਾ ਸੀ, ਹੁਣ ਉਹ ਧਨੀ ਦੇ ਲਾਗੇ ਪਿਆ। ਕਿਉਂ ਪਿਆ? ਗੱਪ ਮਾਰੀ ਠੋਕਦਾ ਹੁੰਦਾ ਸੀ ਚਰਚ ਵਿੱਚ, ਹੈਨਾ, ਬੜਾ ਮਟੀਰੀਅਲ ਲੋਕਾਂ ਨੂੰ ਦਿੰਦਾ ਹੁੰਦਾ ਸੀ ਤੇ ਆਪ ਆਪਣੇ ਤੇ ਅਸਰ ਕੀਤਾ ਹੀ। ਇਹ ਕਿਉਂ ਹੋਏਗਾ? ਜਿਨ੍ਹਾਂ ਨੇ ਦਿਲ ਤੋਂ ਤੌਬਾ ਨਹੀਂ ਕੀਤੀ, ਵਿਖਾਵੇ ਦੀ ਕੀਤੀ ਆ, ਉਹਨਾਂ ਦੇ ਨਾਲ ਐਸਾ ਭਾਣਾ ਵਰਤ ਜਾਣ ਵਾਲਾ ਹੈ। ਇਸ ਲਈ ਲਿਖਿਆ, ਜੇ ਤੁਸੀਂ ਤੌਬਾ ਨਾ ਕਰੋਗੇ ਤੇ ਤੁਹਾਡਾ ਵੀ ਇਸੇ ਤਰ੍ਹਾਂ ਹੀ ਨਾਸ਼ ਹੋ ਜਾਵੇਗਾ। ਇਸ ਕਰਕੇ ਅਜ਼ੀਜ਼ੋ, ਮੇਰੇ ਭੈਣੋ ਤੇ ਭਰਾਓ, ਤੌਬਾ ਇੱਕ ਉਹ ਮੁੱਖ ਦਰਵਾਜ਼ਾ ਹੈ ਜਿਹਦੇ ਦੁਆਰਾ ਅਸੀਂ ਸਵਰਗ ਦੇ ਵਿੱਚ ਦਾਖਲ ਹੋਣਾ ਹੈ। ਬਿਨਾਂ ਤੌਬਾ ਦੇ ਕੀਤੀ ਬੰਦਗੀ ਸਾਨੂੰ ਕਿੱਥੇ ਲੈ ਜਾਏਗੀ? ਜਿੱਥੇ ਹੈ ਡਾਢੀ ਕੀੜਿਆਂ ਪਤੰਗਿਆਂ ਦੀ ਗੰਦਗੀ, ਉੱਥੇ ਲੈ ਜਾਏਗੀ। ਇਸ ਲਈ ਜ਼ਰੂਰੀ ਹੈ ਅਸੀਂ ਆਪਣੀ ਤੌਬਾ ਤੇ ਵਿਚਾਰ ਕਰੀਏ। ਮੈਂ ਤੌਬਾ ਕੀਤੀ ਹੈ? ਕੀ ਮੈਂ ਤੌਬਾ ਕੀਤੀ ਹੈ? ਮੈਂ ਬਾਈਬਲ ਦੇ ਅਨੁਸਾਰ ਚੱਲਦਾ ਹਾਂ ਕਿ ਨਹੀਂ? ਅਗਰ ਨਹੀਂ ਚੱਲਦਾ ਤੇ ਅਸੀਂ ਅੱਜ ਵੀ ਭੁਲੇਖੇ ਤੇ ਹਾਂ। ਇਸ ਕਰਕੇ ਸਾਨੂੰ ਤੌਬਾ ਕਰ ਲੈਣੀ ਬੜੀ ਜ਼ਰੂਰੀ ਆ। ਖੁਦਾਵੰਦ ਦੇ ਕਲਾਮ ਦੇ ਵਿੱਚ, ਪੁਰਾਣੇ ਨੇਮ ਦੇ ਵਿੱਚ ਹੀ ਬੜੇ ਲੋਕਾਂ ਦਾ ਜ਼ਿਕਰ ਹੈ ਜਿਹਨਾਂ ਤੌਬਾ ਕੀਤੀ ਤੇ ਉਹਨਾਂ ਦਾ ਬਚਾਅ ਹੋ ਗਿਆ। ਜਿਹਨਾਂ ਤੌਬਾ ਨਹੀਂ ਕੀਤੀ ਉਹਨਾਂ ਦਾ ਨਾਸ਼। ਮੈਂ ਜ਼ਿਆਦਾ ਮਿਸਾਲਾਂ ਨਹੀਂ ਦੇਵਾਂਗਾ, ਸਮਾਂ ਬੜਾ ਲੰਬਾ ਜਲਦੀ ਜਾ ਰਿਹਾ। ਬਾਈਬਲ 'ਚ ਦੂਸਰਾ ਸਾਮੂਏਲ ਉਹਦਾ ਮੇਬੀ 29 ਚੈਪਟਰ, ਜਿਹਦੇ ਵਿੱਚ ਲਿਖਿਆ ਦਾਊਦ ਨੇ ਵੀ ਤੌਬਾ ਕਰ ਲਈ ਆਪਣੇ ਪਾਪ ਤੋਂ। ਜਦੋਂ ਉਹਨਾਂ ਨੂੰ ਗਿਣਤੀ ਕਰਨ ਤੋਂ ਮਨਾ ਕੀਤਾ ਗਿਆ ਸੀ ਤੇ ਦਾਊਦ ਨੇ ਮਨਮਾਨੀ ਕੀਤੀ ਤੇ ਇਹਨੇ ਕੀ ਕੀਤਾ? ਲੋਕਾਂ ਦੀ ਗਿਣਤੀ ਕਰਾਉਣੀ ਸ਼ੁਰੂ ਕਰ ਦਿੱਤੀ। ਔਰ ਬਾਈਬਲ 'ਚ ਲਿਖਿਆ ਖੁਦਾ ਇਹਦੇ ਨਾਲ ਗੁੱਸੇ ਹੋਇਆ। ਜਦੋਂ ਖੁਦਾ ਗੁੱਸੇ ਹੋ ਗਿਆ ਤੇ ਖੁਦਾ ਨੇ ਆਪਣਾ ਕਹਿਰ ਜਿਹੜਾ ਸੀ ਇਹਦੇ ਉੱਤੇ ਉੰਡੇਲ ਦਿੱਤਾ ਤੇ ਦਾਊਦ ਨੇ ਕਿਹਾ 24 ਬਾਬ 24 ਚ ਲਿਖਿਆ, ਫਿਰ ਦਾਊਦ ਨੇ ਮਾਫੀ ਮੰਗੀ, ਐ ਖੁਦਾ, ਪਾਪ ਤੇ ਮੈਂ ਕੀਤਾ ਤੇ ਸਜ਼ਾ ਲੋਕਾਂ ਨੂੰ ਕਿਉਂ? ਦਾਊਦ ਪਛਤਾਇਆ। ਫਿਰ ਖੁਦਾ ਨੇ ਵੀ ਆਪਣਾ ਮਨ ਬਦਲ ਲਿਆ। ਮੇਰੇ ਭੈਣੋ ਤੇ ਭਰਾਓ, ਸਾਨੂੰ ਆਪਣੇ ਮਨ ਦੀ ਗਹਿਰਾਈ ਦੇ ਨਾਲ ਜਾਂਚ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਦਿਲ ਤੋਂ ਤੌਬਾ ਕਰ ਲਈ ਆ ਤੇ ਦੁਬਾਰਾ ਗੜਬੜ ਨਾ ਕਰੀਏ। ਜੇ ਗੜਬੜ ਕਰਾਂਗੇ, ਦਾਊਦ ਨੇ ਪਹਿਲੇ ਵੀ ਤੌਬਾ ਕੀਤੀ ਸੀ, ਦਾਊਦ ਨੇ ਉਸ ਤੋਂ ਪਹਿਲੇ ਵੀ ਤੌਬਾ ਕੀਤੀ ਸੀ, ਦਾਊਦ ਨੇ ਜ਼ਿੰਦਗੀ 'ਚ 3 ਵਾਰੀ ਤੌਬਾ ਕਰ ਲਈ। ਜਾਣਦੇ ਹੋ ਕਦੋਂ? ਪਹਿਲੀ ਤੌਬਾ ਵੀ ਉਦੋਂ ਕਰ ਲਈ ਜਦੋਂ ਇਹ ਇਸਰਾਇਲ ਦਾ ਬਾਦਸ਼ਾਹ ਬਣਾਇਆ। ਦੂਸਰੀ ਤੇ ਤੌਬਾ ਵੀ ਉਦੋਂ ਕੀਤੀ ਜਦੋਂ ਨੇ ਓਰੀਆ ਸਿਪਾਹੀ ਦੀ ਬੀਵੀ ਨੂੰ ਆਪਣੇ ਘਰ ਲਿਆਂਦਾ ਤੇ ਨਾਥਨ ਨਬੀ ਨੇ ਇਹਨੂੰ ਪ੍ਰਚਾਰ ਕੀਤਾ। ਫਿਰ ਇਹ ਤਖਤ ਤੋਂ ਥੱਲੇ ਆ ਗਿਆ, ਫਿਰ ਇਹਨੇ ਤੌਬਾ ਕੀਤੀ। ਤੀਸਰੀ ਵਾਰੀ ਇਹਨੇ ਤੌਬਾ ਉਦੋਂ ਕੀਤੀ ਜਦੋਂ ਫਿਰ ਖੁਦਾ ਦੇ ਖਿਲਾਫ ਪਾਪ ਕੀਤਾ ਤੇ ਖੁਦਾ ਦੇ ਕਦਮਾਂ 'ਚ ਫਿਰ ਬੈਠ ਕੇ ਇਹ ਕਲਪਿਆ ਤੇ ਖੁਦਾ ਨੇ ਇਹਨੂੰ ਮਾਫ ਕੀਤਾ। ਇੱਕ ਹੋਰ ਸ਼ਖਸ ਦੇ ਬਾਰੇ ਅਸੀਂ ਜਾਣਦੇ ਹਾਂ, ਖੁਦਾ ਦੇ ਕਲਾਮ 'ਚ ਲਿਖਿਆ, ਯੂਨਾ ਨਬੀ, ਜਿਹਨੂੰ ਖੁਦਾ ਨੇ ਪ੍ਰਚਾਰ ਕਰਨ ਲਈ ਭੇਜਿਆ, ਇਰਾਦਾ ਵਿਗੜ ਗਿਆ। ਪ੍ਰਚਾਰ ਕਰਨਾ ਜਦੋਂ ਇਰਾਦਾ ਵਿਗੜ ਜਾਏ ਤੇ ਮਾਸਟਰ ਜੀ ਉਹਨੂੰ ਵੀ 3 ਦਿਨ ਸਜ਼ਾ 'ਚ ਹੀ ਰਹਿਣਾ ਪਿਆ। 3 ਦਿਨ ਕਿੱਥੇ ਰਿਹਾ? ਇੱਕ ਐਸੇ ਸ਼ਹਿਰ ਵਿੱਚ ਜਿੱਥੇ ਮੁੜ ਕੇ ਕੋਈ ਵੀ ਨਹੀਂ ਗਿਆ, ਐਸੇ ਸ਼ਹਿਰ ਵਿੱਚ ਜਿੱਥੇ ਕਦੀ ਹੋਰ ਮੁੜ ਕੇ ਕੋਈ ਨਹੀਂ ਗਿਆ। ਕਲਾਮ 'ਚ ਲਿਖਿਆ, ਹੁਕਮ ਨਾ ਮੰਨਣ ਕਰਕੇ ਇਹਨੇ ਕਿਹਾ ਖੁਦਾ ਨੂੰ ਕਿਹੜਾ ਪਤਾ ਲੱਗਦਾ ਆ। ਅੱਜ ਵੀ ਤੌਬਾ ਕੀਤੇ ਕਹਿੰਦੇ ਚੱਲ ਕੋਈ ਨਹੀਂ, ਖੁਦਾ ਗਿਆ ਕਿ ਜੇ ਨਾ ਲਾਈਟ ਪਤਾ ਲੱਗਦੀ ਹੈ ਕਿ ਨਹੀਂ ਲੱਗਦੀਆਂ। ਕੀ ਹੋਣਾ? ਲਾਈਟ ਦਾ ਸਾਰਾ ਕੁਝ ਕਰ ਜਾਂਦਾ ਆ। ਚਲੋ ਐਸੀ ਤੌਬਾ ਕਰ ਲੈਂਦੇ ਆ। ਤੇ ਇਹਨੇ ਕੀ ਕੀਤਾ? ਜਹਾਜ਼ ਤੇ ਚੜ੍ਹਨਾ ਸੀ, ਜਾਣਾ ਸੀ ਨੀਨਵਾ ਵਾਲੇ ਜਹਾਜ਼ ਤੇ ਚੜ੍ਹ ਕੇ, ਤੇ ਚੜ੍ਹ ਕਿੱਧਰ ਨੂੰ ਗਿਆ? ਕਿਹੜੇ ਜਹਾਜ਼ ਤੇ ਚੜ੍ਹ ਗਿਆ? ਤਰਸ਼ੀਸ਼ ਵਾਲੇ ਜਹਾਜ਼ ਤੇ ਚੜ੍ਹ ਗਿਆ। ਜਦੋਂ ਜਹਾਜ਼ ਚੱਲ ਪਿਆ, ਸਮੁੰਦਰ 'ਚ ਭੁਚਾਲ ਆ ਗਿਆ, ਲੋਕੀ ਕਲਪਣ ਲੱਗ ਪਏ। ਲੋਕਾਂ ਨੇ ਲਿਖਿਆ ਅਸਬਾਬ ਆਪਣਾ ਦਰਿਆ ਸਮੁੰਦਰ 'ਚ ਸੁੱਟ ਦਿੱਤਾ। ਕੈਪਟਨ ਨੂੰ ਬਿੰਤਾ ਪੈ ਗਈ, ਇੱਥੇ ਕੀ ਹੋ ਗਿਆ? ਉਹਨੇ ਆਖਿਆ, ਜਿਹੜੇ ਰੱਬ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਉਹਨਾਂ ਦੇ ਅੱਗੇ ਪ੍ਰਾਰਥਨਾ ਕਰੋ, ਤੁਹਾਡਾ ਬਚਾਅ ਹੋ ਜਾਵੇ। ਤੇ ਜਦੋਂ ਕੈਪਟਨ ਜਿਹੜਾ ਸੀ ਉਹ ਜਹਾਜ਼ ਦੀ ਹੇਠ ਦੀ ਤਹਿ ਵਿੱਚ ਗਿਆ ਤੇ ਇਹ ਆਰਾਮ ਨਾਲ, ਖੁਦਾ ਨੂੰ ਕੋਈ ਪਤਾ ਨਹੀਂ। ਅੱਜ ਦੇ ਭਗਤ ਕਹਿੰਦੇ ਆ ਖੁਦਾ ਨੂੰ ਕਿਹੜਾ ਪਤਾ, ਜਿੰਨੀ ਮਰਜ਼ੀ ਗੱਪ ਮਾਰ ਲਓ।
ਆ ਇੱਕ ਦਿਨ ਇੱਕ ਭਾਈ ਨੇ ਦਰਸ਼ਨ ਦੱਸਿਆ ਚਰਚ 'ਚ ਬੈਠੇ, ਕਹਿੰਦਾ ਮੈਨੂੰ ਦਰਸ਼ਨ ਹੋਇਆ, ਮੈਂ ਕਬੂਤਰ ਜਿਹੜਾ ਚਰਚ ਨਾਲੋਂ ਵੱਡਾ ਦੇਖਿਆ। ਅਸੀਂ ਹੱਸ ਪਏ, ਇਹ ਕੀ ਮਖੌਲ ਬਣਾਉਣ ਦੇ। ਜੇ ਅਸੀਂ ਚਰਚ ਵਿੱਚ ਬੈਠਾ ਆ, ਕਹਿੰਦਾ ਮੈਂ ਕਬੂਤਰ ਚਰਚ ਨਾਲੋਂ ਵੱਡਾ ਦੇਖ ਲਿਆ। ਇੱਕ ਵਾਰੀ ਕਿਸੇ ਨੇ ਗੱਪਾਂ ਤੇ ਗੱਪ ਮਾਰੀ, ਇੱਕ ਨੇ ਗੱਪ ਮਾਰੀ, ਕਹਿੰਦਾ ਵੀ ਸਾਡੇ ਗੋਭੀ ਦਾ ਫੁੱਲ ਹੋਇਆ ਜੀ। ਕਹਿੰਦੇ ਕਿੰਨਾ? ਕਹਿੰਦਾ ਵੀ ਐਡਾ ਵੱਡਾ, ਕਿੰਨੇ ਲੋਕੀ ਉਹਦੀ ਛਾਂ ਹੇਠ ਬੈਠੇ ਸੀ, ਐਡਾ ਗੋਭੀ ਦਾ ਫੁੱਲ ਹੋ ਗਿਆ। ਤੇ ਦੂਸਰਾ ਮੇਰੇ ਵਰਗਾ ਗੱਪੀ ਵੀ ਖੜਾ ਹੋ ਗਿਆ, ਕਹਿੰਦਾ ਜੀ ਇਹ ਗੱਲ ਸੱਚ ਆ। ਕਹਿੰਦਾ ਕਿਉਂ? ਸਾਡੇ ਕਹਿੰਦਾ ਇੱਕ ਕੜਾਈ ਬਣਾਈ, ਕਿੰਨੇ ਮਿਸਤਰੀ ਉਹਦੇ ਤੇ ਕੰਮ ਕਰਨ ਦੇ, ਕਿੱਲ ਲਾਉਣ ਵਾਲੇ ਬੜੇ ਬੜੇ ਮਿਸਤਰੀ, ਬੜੀ ਵੱਡੀ ਕੜਾਈ। ਕਹਿੰਦਾ ਉਹ ਗੱਲ ਨਹੀਂ, ਕਹਿੰਦਾ ਤੇਰੇ ਗੋਭੀ ਦੇ ਫੁੱਲ ਨਹੀਂ। ਹੁਣ ਕੜਾਈ ਤਾਂ ਵੱਡੀ ਚਾਹੀਦੀ ਨਾ। ਜਦੋਂ ਗੱਪਾਂ ਦਾ ਕੜਾਹ ਬਣਾਉਣਾ ਤੇ ਮਿੱਠਾ ਘੱਟ ਕਿਉਂ ਪਾਉਣਾ? ਠੀਕ ਹੈ ਨਾ? ਗੱਪਾਂ ਦਾ ਕੜਾਹ ਬਣਾਓ ਤੇ ਮਿੱਠਾ ਪੂਰਾ ਪਾਓ ਤੇ ਬੇਲਚਿਆਂ ਨਾਲ ਬਤਾ ਦਿਓ। ਕਈ ਲੋਕੀ ਤੌਬਾ ਕੀਤੇ ਹੋਏ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਰਨੀਆਂ ਨਹੀਂ ਛੱਡਦੇ। ਗੱਪ ਕਪੌੜ ਹਾਥੀ ਦਾ ਪੌੜ, ਜਦੋਂ ਗੱਪ ਮਾਰਦੀ ਹੈ ਜਿਹੜਾ ਪੌੜ ਥੱਲੇ ਗਿਆ ਉਹ ਛੱਡਣਾ ਹੀ। ਸੋ ਯਾਦ ਰੱਖੋ, ਯੂਨਾ ਬੜੀ ਤਸੱਲੀ ਨਾਲ ਸੁੱਤਾ, ਘੂਕ ਨੀਂਦੇ ਸੁੱਤਾ। ਕਦੇ ਧਿਆਨ ਰੱਖਿਓ, ਚੋਰ ਕਦੀ ਵੀ ਘੂਕ ਨੀਂਦੇ ਸੌਂਦਾ ਨਹੀਂ ਸੌਂਦਾ। ਉਹਨੂੰ ਪਤਾ ਆ ਵੀ ਪਤਾ ਨਹੀਂ ਕਿਦੋਂ ਕਿਵੇਂ ਮਰੋੜ ਦੇਣੀ, ਉਹ ਲੋਕਾਂ ਚਾਲੇ ਸੁੱਤਾ ਹੁੰਦਾ। ਯੂਨਾ ਨੂੰ ਪਤਾ ਸੀ ਮੈਂ ਗੜਬੜ ਕੀਤੀ ਆ, ਤੇ ਜਾ ਕੇ ਇੱਕ ਵਾਰ ਕਿਹਾ ਉਹ ਭਾਈ ਉੱਠ। ਤੇ ਯੂਨਾ ਨੇ ਇਹ ਨਹੀਂ ਕਿਹਾ ਮੇਰੇ ਉਹਨੂੰ ਘਰਾੜੇ ਨਹੀਂ ਮਾਰਦਾ, ਮੇਰਾ ਪਤਾ ਲੱਗ ਜਾਂਦਾ। ਕਹਿੰਦੇ ਰਾਤੀ ਤੁਸੀਂ ਘਰਾੜੇ ਮਾਰਦੇ ਤੇ ਥੱਲੇ ਬੜੀ ਵਧੀਆ ਐ ਸਾਫ਼ ਆਵਾਜ਼ ਆਉਂਦੀ ਘਰਾੜਿਆਂ ਦੀ, ਜਿਹਨਾਂ ਸੁਣਿਆ ਆ। ਤੇ ਮੈਂ ਤੁਹਾਨੂੰ ਦੱਸਦਾ ਕਿ ਯੂਨਾ ਨਬੀ ਕਿੱਦਾਂ ਸੁੱਤਾ ਸੀ। ਜਦੋਂ ਕਿਹਾ ਮਾਸਟਰ ਜੀ, ਉਦੋਂ ਹੀ ਉਹਨੇ ਕਿਹਾ ਕੀ ਹੋਇਆ? ਕਹਿੰਦਾ ਤੈਨੂੰ ਨਹੀਂ ਪਤਾ ਕੀ ਹੋਇਆ? ਸਮੁੰਦਰ 'ਚ ਭੁਚਾਲ ਆ ਗਿਆ, ਸਭ ਲੋਕਾਂ ਨੇ ਆਪਣਾ ਸਮਾਨ ਸੁੱਟਤਾ, ਤੂੰ ਇੱਥੇ ਸੁੱਤਾ ਆ, ਉੱਠ ਤੂੰ ਹੀ ਆਪਣੇ ਰੱਬ ਦੇ ਦੀ ਬੰਦਗੀ ਕਰਦਾ ਆ। ਉਹਨੂੰ ਕੀ ਕਰ? ਉਹਦੇ ਅੱਗੇ ਉਹਨੇ ਕੀ ਕਿਹਾ? ਕੀ ਪੁਕਾਰਿਆ? ਮੂੰਹੋਂ ਬੋਲੇ ਤੇ ਕੀ ਕਹਿੰਦਾ? ਕਹਿੰਦਾ ਮੈਨੂੰ ਚੁੱਕ ਕੇ ਤੇ ਵਿੱਚ ਇਹਦੇ ਵਿੱਚ ਕਿਉਂ? ਉਹਨੇ ਮੰਨ ਲਿਆ ਮੈਂ ਸਭ ਤੋਂ ਹੀ ਵੱਡਾ। ਕਿੰਨਾ ਨੁਕਸਾਨ ਕਰਾਇਆ। ਜੇ ਤੁਸੀਂ ਤੌਬਾ ਨਹੀਂ ਕੀਤੀ ਤੇ ਵੱਡਾ ਨੁਕਸਾਨ। ਜੇ ਮੇਰੀਆਂ ਭੈਣੋਂ ਤੌਬਾ ਨਹੀਂ ਕੀਤੀ, ਵੱਡਾ ਨੁਕਸਾਨ ਹੋ ਸਕਦਾ। ਜੇ ਭਾਈ ਤੌਬਾ ਨਹੀਂ ਕੀਤੀ, ਵੱਡਾ ਨੁਕਸਾਨ ਹੋ ਸਕਦਾ। ਤੁਹਾਡੀ ਜ਼ਿੰਦਗੀ ਦਾ ਜਹਾਜ਼ ਜਿਹੜਾ ਉਹ ਡਾਵਾਡੋਲ ਹੋ ਸਕਦਾ, ਤੁਹਾਡਾ ਵੱਡਾ ਨੁਕਸਾਨ ਹੋ ਸਕਦਾ। ਬਹੁਤ ਸਾਰੀਆਂ ਤੁਹਾਡੀਆਂ ਚੀਜ਼ਾਂ ਬਰਬਾਦ ਹੋ ਸਕਦੀਆਂ। ਜੇ ਤੌਬਾ ਕਰ ਲਓਗੇ ਤੇ ਕੁਝ ਵੀ ਹੋਏਗਾ। ਕਲਾਮ 'ਚ ਲਿਖਿਆ ਜਦੋਂ ਉਹਨੂੰ ਵਿੱਚ ਸੁੱਟ ਦਿੱਤਾ, ਸਮੁੰਦਰ ਸ਼ਾਂਤ ਹੋ ਗਿਆ। ਇਸ ਜਹਾਜ਼ ਚੋਂ ਡਿੱਗਿਆ, ਦੂਸਰੇ ਜਹਾਜ਼ ਵਿੱਚ ਚੜ ਗਿਆ। ਇੱਕ ਚੋਂ ਨਿਕਲਿਆ, ਦੂਸਰੇ ਚੜ ਗਿਆ। ਹੁਣ ਉੱਥੇ ਲਿਖਿਆ ਜਦ ਮੈਂ ਮੱਛੀ ਦੇ ਪੇਟ ਵਿੱਚ ਸਾਂ, ਉਹ ਸਮੁੰਦਰ ਦਾ ਜਾਲਾ ਮੇਰੇ ਸਿਰ ਨੂੰ ਕੀ ਹੋਇਆ? ਲੇਟਿਆ ਗਿਆ। ਉੱਥੇ ਧਰਤੀ ਦੀ ਤਹਿ 'ਚ ਉਹਨੇ ਪ੍ਰਾਰਥਨਾ ਕੀਤੀ, ਫਿਰ ਤੌਬਾ ਕੀਤੀ। ਮੇਰੇ ਪਿਓ ਮੈਂ ਗਲਤੀ ਕੀਤੀ, ਭਲਾ ਉਹਨੂੰ ਬਚਣ ਦੀ ਆਸ ਸੀ। ਮੱਛੀ ਦੇ ਢਿੱਡ 'ਚ ਮਾਸਟਰ ਜੀ ਬੜੀ ਅਜੀਬ ਗੱਲ ਆ, ਉਹਦੀ ਆਸ ਟੁੱਟ ਗਈ ਸੀ। ਪਰ ਸਾਡਾ ਖੁਦਾਵੰਦ ਤੌਬਾ ਕੀਤੇ ਲੋਕਾਂ ਦੀ ਆਸ ਨੂੰ ਦੁਬਾਰਾ ਪੈਦਾ ਕਰਨ ਦੀ ਸਮਰੱਥ। ਜੇ ਤੁਹਾਡੀਆਂ ਬਰਕਤਾਂ ਖੁੱਸ ਗਈਆਂ, ਤੌਬਾ ਕਰ ਲਓ। ਜੇ ਤੁਹਾਡਾ ਪੈਸਾ ਬਰਬਾਦ ਹੋ ਰਿਹਾ, ਤੌਬਾ ਕਰ ਲਓ। ਜੇ ਤੁਹਾਡਾ ਜੀਵਨ ਬਰਬਾਦ ਹੋਇਆ ਕਿਸੇ ਬਿਮਾਰੀ ਨਾਲ, ਸੱਚੀ ਤੌਬਾ ਕਰ ਲਓ। ਯੂਨਾ ਨੇ ਮੱਛੀ ਦੇ ਪੇਟ 'ਚ ਸੱਚੀ ਤੌਬਾ ਕੀਤੀ ਤੇ ਮੱਛੀ ਨੇ ਉਹਨੂੰ ਬਲੇਤੇ 'ਚ ਜਾ ਕੇ ਕੀ ਕੀਤਾ? ਹੁਣ ਇੱਥੇ ਸਵਾਲ ਇਹ ਕਿਹਾ, ਉਹਦੇ ਜਾਲ ਮਿਲ ਗਿਆ ਸੀ। ਖੁਦਾ ਨੂੰ ਹੋਣਾ ਚਾਹੀਦਾ ਸੀ ਬੁਰਸ਼ ਦੇ ਅੱਗ ਦਾ ਜਾਲਾ ਲਾਉਂਦਾ, ਹੈ ਨਾ? ਰੰਗ ਨੂੰ ਵੀ ਕਰਦਾ ਸੀ। ਅੱਜ ਬਹੁਤੇ ਲੋਕ ਤੌਬਾ ਕਰਕੇ ਮੈਂ ਕਰ ਕਰਦਾ, ਵਿਸ਼ਵਾਸ ਕਰਕੇ ਭਾਈ ਮੈਨੂੰ ਆਪੇ ਖੁਦਾ ਕਰੇ। ਯੂਨਾ ਨੇ ਆਪਣੇ ਜਿਸਮ ਤੋਂ ਸਾਰੀ ਉਸ ਗੰਦਗੀ ਨੂੰ ਉਤਾਰਿਆ, ਮੂੰਹ ਕੱਢ ਕੇ ਬਾਹਰ ਜਾ ਕੇ ਪੁੱਛਦਾ ਵੀ ਇਹ ਕਿਹੜਾ ਮੁਲਕ ਆ? ਉਹਨਾਂ ਨੇ ਕੀ ਕਿਹਾ? ਇਹ ਕਿਹੜਾ ਆ? ਤਰਸ਼ੀਸ਼। ਉਹਨੂੰ ਸਮਝ ਆ ਗਈ ਖੁਦਾ ਨੇ ਮੈਨੂੰ ਕਿੱਥੇ ਲੈ ਕੇ ਆਉਣਾ ਸੀ? ਨੀਨਵਾ 'ਚ। ਉਹਨੇ ਪੁੱਛਿਆ ਇਹ ਟਾਪੂ ਕਿਹੜਾ ਹੈ? ਨੀਨਵਾ ਦਾ ਟਾਪੂ। ਉਹਨੂੰ ਜਾ ਕੇ ਸਮਝ ਲੱਗੀ, ਉਹ ਬਾਹਰ ਨਿਕਲਿਆ, ਫਿਰ ਉਹ ਬੰਦ ਨਹੀਂ ਰਿਹਾ। ਅੱਜ ਅਸੀਂ ਆਪ ਤੌਬਾ ਨਹੀਂ ਕੀਤੀ, ਅਸੀਂ ਕਿਸੇ ਨੂੰ ਨਹੀਂ ਕਹਿੰਦੇ ਤੌਬਾ ਕਰ, ਕਿਉਂਕਿ ਮੈਂ ਤੇ ਆਪ ਉਸੇ ਗੰਦ ਨਾਲ ਲਿਬੜਿਆ ਜਿਹੜਾ ਉਹਦੇ ਲੱਗਾ ਹੋਇਆ। ਮੈਂ ਕਿੱਦਾਂ ਕਹਾਂਗੀ ਤੌਬਾ ਕਰ ਲਾ? ਜਿਹੜੇ ਅਸੀਂ ਪਾਪੀ ਆ ਨਾ, ਅਸੀਂ ਆਪਣੇ ਬੱਚਿਆਂ ਨੂੰ ਘਰੋਂ ਘਲਾਉਂਦੇ, ਚਲੋ ਜਾ ਕੇ ਕਿੱਥੇ ਖੇਡੋ, ਚਲੋ ਜਾ ਕੇ ਉਹ ਸੜਕ ਤੇ ਖੇਡੋ, ਉਹ ਪਤੰਗ ਲੁੱਟੋ। ਤੇ ਜਿਹੜੇ ਚੰਗੇ ਲੋਕ ਆ ਉਹ ਕਹਿੰਦੇ ਪੁੱਤਰ ਇੱਥੇ ਆ ਜਾਓ, ਨਾ ਜੋ ਬਾਹਰ
ਬਾਹਰ ਚੰਗੀ ਸੰਗਤ ਨਹੀਂ। ਇਸ ਕਰਕੇ ਅਜ਼ੀਜ਼ੋ ਉਹ ਗਿਆ, ਉਹਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਉਹਨੇ ਉਸ ਕੰਮ ਨੂੰ ਕਰਨਾ ਸ਼ੁਰੂ ਕੀਤਾ ਜਿਹਦੇ ਲਈ ਖੁਦਾ ਨੇ ਉਹਨੂੰ ਠਹਿਰਾਇਆ ਸੀ। ਕਿਉਂ ਕੀਤਾ? ਉਹਨੇ ਤੌਬਾ ਕੀਤੀ, ਉਹਨੇ ਲੋਕਾਂ ਨੂੰ ਕਿਹਾ ਤੌਬਾ ਕਰੋ, ਤੌਬਾ ਕਰ ਲਓ। 3 ਦਿਨ ਤੇ 3 ਰਾਤਾਂ ਉਹ ਤੌਬਾ ਦਾ ਪ੍ਰਚਾਰ ਕਰਦਾ ਕਰਦਾ ਨੀਨਵੇ ਸ਼ਹਿਰ ਚੋਂ ਵੀ ਗੁਜ਼ਰਿਆ ਤੇ ਖੁਦਾ ਨੇ ਕਲਾਮ 'ਚ ਲਿਖਿਆ ਉਹਨੇ 1,20,000 ਲੋਕਾਂ ਨੂੰ 3 ਦਿਨਾਂ 'ਚ ਕੀ ਕੀਤਾ? ਬਦਲ ਦਿੱਤਾ। ਅੱਜ ਭੰਗੜੇ ਵਾਲੇ ਜਿੱਥੇ ਚਰਚ ਆ ਉੱਥੇ ਕੋਈ ਤੌਬਾ ਕੀਤਾ ਨਹੀਂ, ਮਨ ਨਹੀਂ ਤਬਦੀਲ ਹੋਏ। ਅੱਜ ਸੰਤਪੁਰੀ ਵਾਲੇ ਲੋਕ ਉੱਥੇ ਮਨ ਨਹੀਂ ਤਬਦੀਲ ਹੋਏ। ਇੰਨੀ ਨਫ਼ਰਤ ਭਰੀ ਆ। ਕਹਿੰਦੇ ਆ ਤੁਸੀਂ ਚਰਚ ਜਾਂਦੇ ਹੋ ਤੇ ਆਉਂਦਿਆਂ ਵੀ ਕਿਸੇ ਨੂੰ ਨਹੀਂ ਬੁਲਾਉਣਾ ਤੇ ਜਾਂਦਿਆਂ ਵੀ ਕਿਸੇ ਨੂੰ, ਤੁਹਾਡੀ ਬਰਕਤ ਕੀ ਹੋਏਗੀ? ਖੁੱਸ ਜਾਏਗੀ। ਬਾਈਬਲ ਨਹੀਂ ਐਸਾ ਕਹਿੰਦੀ। ਬਾਈਬਲ ਕੀ ਕਹਿੰਦੀ ਆ? ਜਿਹੜੇ ਤੌਬਾ ਕੀਤੇ ਲੋਕ ਆ ਉਹ ਲੋਕਾਂ ਦੀ ਬਰਕਤ ਦਾ ਕਾਰਨ ਬਣਨਗੇ। ਇਸ ਕਰਕੇ ਮੇਰੇ ਭੈਣ ਤੇ ਭਰਾਓ, ਇੱਥੇ ਲਿਖਿਆ ਜੇ ਤੁਸੀਂ ਤੌਬਾ ਨਾ ਕੀਤੀ ਤੇ ਤੁਹਾਡਾ ਵੀ ਕੀ ਹੋ ਜਾਏਗਾ? ਅਸਲੀ ਕੀ ਲਿਖਿਆ? ਲੂਕਾ ਦੀ ਇੰਜੀਲ 13 ਦੀ ਪਹਿਲੀ ਦੂਜੀ ਤੀਸਰੀ ਅਧ ਲਿਖਿਆ ਉਹ ਗਲੀਲੀ ਉਹਨਾਂ ਨਾਲੋਂ ਵੱਡੇ ਪਾਪੀ ਨਹੀਂ ਸਨ, ਪਰ ਜੇ ਤੁਸੀਂ ਤੌਬਾ ਨਾ ਕੀਤੀ ਤੇ ਤੁਹਾਡਾ ਇਸੇ ਤਰ੍ਹਾਂ ਹੀ ਨਾਸ਼ ਹੋ ਜਾਵੇਗਾ। ਜਿਨ੍ਹਾਂ ਨੇ ਤੌਬਾ ਨਹੀਂ ਕੀਤੀ। ਤੌਬਾ ਇੱਕ ਬਚਾਅ ਦਾ ਕਾਰਨ ਹੈ। ਤੌਬਾ ਇੱਕ ਸਿਕਿਉਰਿਟੀ ਹੈ। ਤੌਬਾ ਇੱਕ ਐਸਾ ਲਿਬਾਸ ਹੈ ਜਿਹਦੇ ਉੱਤੇ ਮੌਤ ਦਾ ਅਧਿਕਾਰ ਨਹੀਂ ਹੋਏਗਾ। ਜਿਨ੍ਹਾਂ ਨੇ ਤੌਬਾ ਕੀਤੀ ਹੈ ਉਹਨਾਂ ਦਾ ਜੀਵਨ ਨਵਾਂ ਹੈ। ਉਹਨਾਂ ਤੇ ਸ਼ੈਤਾਨ ਦਾ ਵਸ ਨਹੀਂ ਹੋਏਗਾ, ਸ਼ੈਤਾਨੀ ਤਾਕਤਾਂ ਦਾ ਵਸ ਨਹੀਂ ਹੋਏਗਾ। ਉਹਨਾਂ ਉੱਤੇ ਮੌਤ ਦਾ ਵਸ ਵੀ, ਜਿਸਮ ਦੀ ਮੌਤ ਦੀ ਗੱਲ ਨਹੀਂ ਆ, ਉਹਨਾਂ ਦੀ ਆਤਮਾ ਦਾ ਕਦੇ ਵੀ ਨਾਸ਼ ਹੋ ਨਹੀਂ ਸਕਦਾ। ਇਸ ਕਰਕੇ ਜੇ ਸਾਡਾ ਬਚਾਅ ਹੈ ਯਿਸੂ ਤੇ ਵਿਸ਼ਵਾਸ ਕਰਨ ਦੇ ਨਾਲ ਨਾਲ ਤੌਬਾ ਕਰਨ ਵਿੱਚ ਵੀ ਸਾਡਾ ਬਚਾਅ ਹੈ। ਇਸ ਲਈ ਆਓ ਅਸੀਂ ਜਾਂਚ ਕਰੀਏ। ਜੇ ਤੌਬਾ ਕੀਤੀ ਹੈ ਅੱਛੀ ਗੱਲ ਹੈ, ਆਪਣੀ ਤੌਬਾ ਦੀ ਜਾਂਚ ਕਰੋ। ਜੇ ਤੌਬਾ ਨਹੀਂ ਕੀਤੀ ਤੇ ਇਹ ਮਾੜੀ ਗੱਲ ਹੈ। ਅਜੇ ਵੀ ਅਸੀਂ ਇੱਕ ਪਾਪੀ ਦੀ ਜਗ੍ਹਾ ਤੇ ਹਾਂ। ਸਾਨੂੰ ਅੱਜ ਤੌਬਾ ਕਰਨ ਦੀ ਲੋੜ ਹੈ, ਤਬਦੀਲ ਹੋ ਜਾਣ ਦੀ ਲੋੜ ਹੈ। ਖੁਦਾਵੰਦ ਦੀਆਂ ਬਰਕਤਾਂ ਵੀ ਮਿਲਣਗੀਆਂ, ਆਸ਼ੀਸ਼ਾਂ ਵੀ ਮਿਲਣਗੀਆਂ, ਚੰਗਿਆਈ ਵੀ ਮਿਲੇਗੀ। ਉਹ ਲਿਖਿਆ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਕੀ ਕਰੇਗਾ? ਬਸ ਜੀ ਇਸ ਐਤ ਨੂੰ ਬਹੁਤ ਪੜ੍ਹਦੇ ਹੋ। ਤੇਰੀਆਂ ਉਹ ਆਪਣਾ ਵਚਨ ਘਰ ਕਰਨ ਨੂੰ ਚੰਗਾ ਕਰਦਾ ਤੇ ਆਉਣ ਵਾਲੀ ਤਬਾਹੀ ਤੋਂ ਵੀ ਕੀ ਕਰਦਾ ਹੈ? ਜੇ ਤੌਬਾ ਕਰ ਲਓਗੇ ਤੇ ਖੁਦਾ ਤੁਹਾਨੂੰ ਆਉਣ ਵਾਲੀਆਂ ਤਬਾਹੀਆਂ ਤੋਂ ਬਚਾ ਲੇਗਾ। ਤੁਹਾਡੇ ਘਰਾਂ 'ਚ ਬਰਕਤ ਹੋਏਗੀ। ਤੁਸੀਂ ਸੁੱਖ ਤੇ ਸ਼ਾਂਤੀ ਨਾਲ ਜੀਵਨ ਬਤੀਤ ਕਰੋਗੇ। ਤੁਸੀਂ ਧਰਤੀ ਦੇ ਨਹੀਂ ਬਲਕਿ ਸਵਰਗ ਦੇ ਅਧਿਕਾਰੀ ਵੀ ਹੋ ਜਾਓਗੇ। ਪਰ ਜਹਾਜ਼ ਕਿਹੜਾ ਜਿਹੜਾ ਸਵਰਗ 'ਚ ਲੈ ਕੇ ਜਾਏਗਾ? ਕਿਹੜਾ? ਤੌਬਾ ਦਾ ਜਹਾਜ਼। ਬਹੁਤ ਸਮਾਂ ਪਹਿਲੇ ਅਸੀਂ ਗੀਤ ਗਾਉਂਦੇ ਹੁੰਦੇ, ਭਾਈ ਨੂੰ ਜਿੱਤਾ ਹੈਗਾ ਸਾਡੇ ਯਿਸੂ ਨੇ ਜਹਾਜ਼ ਬਣਾਇਆ, ਆਜੋ ਜਿੰਨੇ ਪਾਰ ਲੰਘਣਾ। ਕਈ ਲੰਘ ਗਏ, ਕਈਆਂ ਨੇ ਲੰਘ ਜਾਣਾ। ਆਜੋ ਜਿੰਨੇ, ਸਾਨੂੰ ਇਹ ਉਦੋਂ ਨਹੀਂ ਸੀ ਸਾਨੂੰ ਪਤਾ ਜਹਾਜ਼ ਹੈ ਕਿਹੜਾ, ਪਰ ਅੱਜ ਸਾਨੂੰ ਪਤਾ ਆ ਤੌਬਾ ਕੀਤੇ ਲੋਕ ਸਵਰਗ ਵਿੱਚ ਹੋਣਗੇ। ਉਹ ਸਵਰਗ, ਉਹ ਜਹਾਜ਼ ਆ ਦੁਨੀਆ ਦੇ ਜਿੰਨੇ ਵੀ ਜਹਾਜ਼ ਬਣੇ ਸਵਰਗ 'ਚ ਵੀ ਜਾਣਗੇ। ਪਰ ਜਿਨ੍ਹਾਂ ਨੇ ਤੌਬਾ ਕਰ ਲਈ ਉਹ ਸਵਰਗ ਵਿੱਚ ਚਲੇ ਜਾਣਗੇ। ਔਰ ਉਹਨਾਂ ਦਾ ਰਨਵੇ ਜਿਹੜਾ ਆ ਉਹ ਮਿਡਲ ਇਨ ਦਾ ਸਕਾਈ ਹੋਏਗਾ। ਯਿਸੂ ਸੀ ਉੱਥੇ ਆ ਕੇ ਉਹਨਾਂ ਨੂੰ ਕੀ ਕਰੇਗਾ? ਸਾਨੂੰ ਅਸਮਾਨ ਦੇ ਮਿਡਲ ਵਿੱਚ ਪਹੁੰਚਣਾ ਹੈ। ਕੋਈ ਗੱਡੀ ਜਾਏਗੀ ਕਿ ਨਹੀਂ? ਬੋਲੋ, ਉਹ ਕਿਹੜੀ ਗੱਡੀ ਲੈ ਕੇ ਜਾਏਗੀ ਮਿਡਲ ਇਨ ਦਾ ਸਕਾਈ? ਕਿਹੜੀ ਗੱਡੀ ਜਾਏਗੀ? ਤੁਹਾਡੀ ਤੌਬਾ ਲੈ ਕੇ ਜਾਏਗੀ। ਅੱਗੋਂ ਤੁਹਾਨੂੰ ਖੁਦਾ ਯਿਸੂ ਆਪਣੇ ਪਰਾਂ ਤੇ ਉਠਾਏਗਾ, ਆਪਣੇ ਹੱਥ 'ਚ ਰਹੇਗਾ, ਆਪਣੇ ਹੁਕਮ ਨਾਲ ਤੁਹਾਨੂੰ ਸਵਰਗ ਦੇ ਵਿੱਚ ਐਂਟਰੈਂਸ ਦੇਵੇਗਾ, ਪ੍ਰਵੇਸ਼ ਕਰੇਗਾ। ਇਸ ਲਈ ਮੇਰੇ ਭੈਣ ਦੇ ਭਰਾਓ, ਚਾਹੇ ਤੁਸੀਂ ਚਰਚ ਵਿੱਚ ਸੁਣਦੇ ਹੋ, ਚਾਹੇ ਚਰਚ ਤੋਂ ਬਾਹਰ ਸੁਣਦੇ ਹੋ, ਅਗਰ ਤੌਬਾ ਨਹੀਂ ਕੀਤੀ ਤੇ ਬਰਬਾਦੀ ਦੇ ਰਾਹ ਤੇ ਚੱਲਦੇ ਹਾਂ। ਇਸ ਲਈ ਖੁਦਾ ਦਾ ਕਲਾਮ ਕਹਿੰਦਾ ਹੈ ਤੌਬਾ ਕਰੋ, ਮੁੜੋ, ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰ ਤੁਹਾਡੇ ਲਈ ਸੁੱਖ ਦੇ ਦਿਨ ਆਉਣ। ਇਸ ਕਰਕੇ ਸੁੱਖ ਦੇ ਦਿਨ ਚਾਹੁੰਦੇ ਹੋ ਮੇਰੇ ਅਜ਼ੀਜ਼ੋ, ਆਪੋ ਆਪਣੀ ਜਾਂਚ ਕਰੋ। ਖੁਦਾ ਤੁਹਾਨੂੰ ਬਰਕਤ ਦੇ ਕੇ ਆਪਣੀ ਮਹਿਮਾ ਲਈ ਇਸਤੇਮਾਲ ਕਰੇਗਾ। ਸੋ ਤੁਸੀਂ ਤੇ ਮੈਂ ਜਾਂਚ ਕਰਨੀ। ਅਗਰ ਕੁਝ ਗਲਤ ਵਿਆਖਿਆ ਕੀਤੀ ਗਈ ਹੈ, ਅਗਲੇ ਹਫ਼ਤੇ ਤੁਸੀਂ ਇਹ ਸਵਾਲ ਕਰ ਸਕਦੇ ਹੋ। ਤੁਹਾਨੂੰ ਹੱਕ ਹੈ, ਤੁਸੀਂ ਪੁੱਛ ਸਕਦੇ ਹੋ ਤਾਂ ਕਿ ਅਸੀਂ ਆਪਣੀਆਂ ਗਲਤੀਆਂ ਦੀ ਵੀ ਜਾਂਚ ਕਰੀਏ ਤੇ ਪ੍ਰਭੂ 'ਚ ਹਮੇਸ਼ਾ ਸਾਰੇ ਬਣੇ ਰਹੀਏ। ਆਓ ਅਸੀਂ ਪ੍ਰਾਰਥਨਾ ਵਾਲਾ ਮਨ ਬਣਾਈਏ, ਆਪਣੇ ਆਪ ਦੀ ਜਾਂਚ ਕਰੀਏ। ਪ੍ਰਭੂ ਸਾਨੂੰ ਕੀ ਕਹਿੰਦਾ ਹੈ, ਪ੍ਰਭੂ ਦਾ ਕਲਾਮ ਸਾਨੂੰ ਕੀ ਸਿਖਾਉਂਦਾ ਹੈ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਗਾ। ਮੈਂ ਬਾਕੀ ਦਾ ਸਮਾਂ ਖੁਦਾ ਦੇ ਦਾਸ ਦਾ ਸਿੱਧਾ ਪ੍ਰਭੂ ਆਸ਼ੀਸ਼ ਦੇ।